ਜਨ ਸੱਚਾ ਪਾਤਿਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸੱਜਣ ਸੱਚਾ ਪਾਤਿਸਾਹੋ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਰਾਜਾ ਰਾਮ ਕੀ ਸਰਨਾਈ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਈ। ਰਾਜਾ ਰਾਮ ਕੀ ਸਰਨਾਈ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਅੰਮ੍ਰਿਤ ਬਾਣੀ ਦੇ ਨਿਤਨੇਮ ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਹੋਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਲੜੀਵਾਰ ਰੂਪ ਦੇ ਵਿੱਚ ਅੱਜ ਦਾ ਪਾਵਨ ਪਵਿੱਤਰ ਉਪਦੇਸ਼ 899 ਅੰਗ ਤੇ ਪੰਚਮ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਔਰ ਇਸ ਪਵਿੱਤਰ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਸਤਿਗੁਰੂ ਜੀ ਨੇ ਆਰੰਭ ਵਿੱਚ ਉਚਾਰਨ ਕੀਤੀਆਂ ਹਨ। ਸਾਰੇ ਸ਼ਬਦ ਦਾ ਸਿਧਾਂਤ ਨਿਚੋੜ ਸਤਿਗੁਰੂ ਜੀ ਰਹਾਉ ਦੀਆਂ ਤੁਕਾਂ ਵਿੱਚ ਰੱਖਦੇ ਆ। ਸਾਧ ਸੰਗਤ ਜੀ, ਕਈ ਵਾਰੀ ਇੱਕ ਰਹਾਉ ਤੋਂ ਵੱਧ ਵੀ ਰਹਾਉ ਕਈਆਂ ਸ਼ਬਦਾਂ ਵਿੱਚ ਆਉਂਦੇ ਹਨ। ਆਮ ਕਰਕੇ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤੇ ਲਿਖਿਆ ਹੁੰਦਾ ਹੈ ਰਹਾਉ ਦੂਜਾ। ਪਹਿਲੇ ਰਹਾਉ ਦੇ ਵਿੱਚ ਜੋ ਮਹਾਰਾਜ ਸਾਹਿਬ ਜੀ ਨੇ ਸਵਾਲ ਰੱਖਿਆ ਹੁੰਦਾ ਹੈ, ਉਹਦਾ ਉੱਤਰ ਫਿਰ ਅੱਗੇ ਰਹਾਉ ਦੂਜਾ ਵਿੱਚ ਮਹਾਰਾਜ ਨੇ ਦਿੱਤਾ ਹੁੰਦਾ ਹੈ। ਔਰ ਜਿਸ ਸ਼ਬਦ ਵਿੱਚ ਮਹਾਰਾਜ ਸਾਹਿਬ ਜੀ ਇੱਕ ਵਾਰੀ ਰਹਾਉ ਉਚਾਰਨ ਕਰਦੇ ਹਨ,
ਤੇ ਰਹਾਉ ਦਾ ਗੁਰਮੁਖਾਂ ਨੇ ਅਰਥ ਕੀਤਾ ਹੈ ਕਿ ਮਹਾਰਾਜ ਸਾਹਿਬ ਜੀ ਸੁਭਾਵਕ ਆਪਾਂ ਕਹਿੰਦੇ ਹਾਂ ਕਿ ਵਿਸਰਾਮ ਦੇ ਕੇ ਉਚਾਰਨ ਕਰਦੇ ਹਨ। ਰਹਾਉ ਦਾ ਅਰਥ ਠਹਿਰਾਓ ਹੈ। ਰਹਾਉ ਦਾ ਅਰਥ ਹੈ ਵੀ ਜਿਹੜੀਆਂ ਪੰਕਤੀਆਂ ਰਹਾਉ ਤੋਂ ਪਹਿਲਾਂ ਉਚਾਰਨ ਕੀਤੀਆਂ ਗਈਆਂ ਹਨ, ਇਹਨਾਂ ਦੇ ਉੱਤੇ ਰੁਕੋ, ਇਹਨਾਂ ਨੂੰ ਚੰਗੀ ਤਰ੍ਹਾਂ ਵਿਚਾਰੋ। ਜਦੋਂ ਇਹਨਾਂ ਪੰਕਤੀਆਂ ਦੀ ਵਿਚਾਰ ਦੀ ਸਮਝ ਆਵੇਗੀ, ਫਿਰ ਸਾਰਾ ਸ਼ਬਦ ਹੀ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਦਾ ਹੈ। ਇਹ ਪੰਕਤੀਆਂ ਸਾਰੇ ਸ਼ਬਦ ਦੀ ਵਿਆਖਿਆ ਕਰਦੀਆਂ। ਤੇ ਕਈਆਂ ਬਾਣੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਮੁੱਚੀ ਬਾਣੀ ਦੇ ਵਿੱਚ ਇੱਕ ਵਾਰੀ ਰਹਾਉ ਉਚਾਰਨ ਕੀਤਾ ਹੈ। ਜਿਵੇਂ ਸੁਖਮਣੀ ਸਾਹਿਬ ਜੀ ਦੀ ਪਵਿੱਤਰ ਬਾਣੀ 24 ਸ਼ਲੋਕ ਹਨ, 24 ਅਸ਼ਟਪਦੀਆਂ ਹਨ ਤੇ 24,000 ਅੱਖਰ ਹੈ ਜਿਸ ਪਵਿੱਤਰ ਬਾਣੀ ਦਾ। ਤੇ ਰਹਾਉ ਇੱਕ ਮਹਾਰਾਜ ਨੇ ਉਚਾਰਨ ਕੀਤਾ ਹੈ ਸਾਰੀ ਸੁਖਮਨੀ ਸਾਹਿਬ ਬਾਣੀ ਦੇ ਅੰਦਰ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਇਹ ਸਾਰੀ ਬਾਣੀ ਦਾ ਧੁਰਾ ਹੈ, ਸੁਖਮਨੀ ਸਾਹਿਬ ਬਾਣੀ ਦਾ। ਸਾਰਾ ਸੁਖਮਨੀ ਸਾਹਿਬ ਇਹਨਾਂ ਦੋ ਪੰਕਤੀਆਂ ਦੀ ਹੀ ਵਿਆਖਿਆ ਹੈ ਵੀ ਸੁਖਮਨੀ ਕੀ ਹੈ, ਸੁੱਖਾਂ ਦੀ ਮਣੀ ਕੀ ਹੈ, ਸੁਖ ਸਰੂਪ ਕੀ ਹੈ, ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਦਾ ਅੰਮ੍ਰਿਤ ਨਾਮ। ਜਿਹੜਾ ਨਾਮ ਭਗਤ ਜਨਾਂ ਦੇ ਮਨ ਵਿੱਚ ਵਿਸਰਾਮ ਕਰਦਾ ਹੈ, ਭਗਤੀ ਕਰਨ ਵਾਲਿਆਂ ਦੇ ਮਨ ਵਿੱਚ ਵਸਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਥੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਮਹੱਲਾ ਦਾ ਅਰਥ ਹੈ ਸਾਧ ਸੰਗਤ ਜੀ ਸਰੂਪ। ਮਹੱਲਾ ਪਹਿਲਾ ਹੈ ਤੇ ਸੁਭਾਵਕ ਹੀ ਆਪਾਂ ਸਮਝਦੇ ਹਾਂ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ। ਮਹੱਲਾ ਦੂਜਾ ਹੋਵੇ, ਆਪਾਂ ਸੁਭਾਵਕ ਹੀ ਸਮਝਦੇ ਹਾਂ ਵੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ ਹੈ। ਮਹੱਲਾ ਤੀਜਾ ਹੋਵੇ ਤੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹੱਲਾ ਚੌਥਾ ਹੋਵੇ ਤੇ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮਹੱਲਾ ਪੰਜਵਾ ਤਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਇੱਥੇ ਹੈ ਮਹੱਲਾ ਪੰਜਵਾ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ। ਮਹੱਲਾ ਦਾ ਅਰਥ ਹੈ ਸਰੂਪ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪੰਜਵਾਂ ਸਰੂਪ, ਪੰਜਵਾਂ ਜਾਮਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਮਹੱਲਾ ਦੀ ਥਾਂ ਤੇ ਪਾਤਸ਼ਾਹੀ ਉਚਾਰਨ ਕੀਤਾ ਹੈ। ਆ ਨਿਤਨੇਮ ਦੀ ਬਾਣੀ ਜਿਸ ਵੇਲੇ ਆਪਾਂ ਪੜ੍ਹਦੇ ਹਾਂ ਤੇ ਉੱਥੇ ਆਪਾਂ ਪੜ੍ਹਦੇ ਹਾਂ ਪਾਤਸ਼ਾਹੀ ਦਸਵੀਂ। ਜਦੋਂ ਅਰਦਾਸ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਰਦੇ ਹਾਂ ਤੇ ਅਰਦਾਸ ਦੀ ਪੌੜੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਜਿਸ ਵੇਲੇ ਪੜ੍ਹੀ ਜਾਂਦੀ ਹੈ, ਉੱਥੇ ਆਪਾਂ ਪੜ੍ਹਦੇ ਹਾਂ ਪਾਤਸ਼ਾਹੀ ਦਸਵੀਂ। ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹੀ ਉਚਾਰਨ ਕੀਤਾ ਹੈ। ਅਰਥ ਦੋਨਾਂ ਦਾ ਇੱਕੋ ਹੀ ਹੈ, ਮਹੱਲਾ ਦਾ ਤੇ ਪਾਤਸ਼ਾਹੀ ਦਾ। ਪਾਤਸ਼ਾਹੀ ਤਖਤ ਦੇ ਮਾਲਕ ਤੇ ਮਹੱਲਾ ਦਾ ਵੀ ਅਰਥ ਹੈ ਜੋ ਤਖਤ ਦੇ ਮਾਲਕ ਵਾ, ਗੁਰਤਾ ਗੱਦੀ ਦੇ ਮਾਲਕ ਵਾ। ਮਹੱਲਾ ਪੰਜਵਾ ਗੁਰੂ ਨਾਨਕ ਸਾਹਿਬ ਜੀ ਦੇ ਤਖਤ ਦੇ ਮਾਲਕ
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਪਾਤਸ਼ਾਹੀ 10ਵੀਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਤਖਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਤਾਂ ਮਹੱਲਾ ਦਾ ਅਰਥ ਬਣ ਜਾਂਦਾ ਹੈ ਪਾਤਸ਼ਾਹੀ। ਪੰਜਵੀਂ ਪਾਤਸ਼ਾਹੀ ਉਚਾਰਨ ਕਰ ਰਹੇ ਹਨ। ਕਈਆਂ ਨੇ ਭੁਲੇਖਾ ਪਾਉਣ ਦਾ ਵੀ ਯਤਨ ਕੀਤਾ ਆਪਣੀਆਂ ਚਲਾਕੀਆਂ ਦੇ ਨਾਲ, ਆਪਣੀ ਵਿਦਿਆ ਦੇ ਨਾਲ, ਸਮੇਂ ਦੇ ਨਾਲ ਪੰਥ ਦੇ ਵਿੱਚ ਉਹਨਾਂ ਕਹਿ ਦਿੱਤਾ ਵੀ ਮਹੱਲਾ ਨੂੰ ਮਹਿਲਾ ਉਚਾਰਨ ਕਰੋ। ਲਿਖ ਦਿੱਤਾ, ਪੁਸਤਕਾਂ ਲਿਖ ਦਿੱਤੀਆਂ, ਇਸ ਗੱਲ ਦਾ ਪ੍ਰਚਾਰ ਕੀਤਾ, ਕਈ ਉਚਾਰਨ ਵੀ ਲੱਗ ਪਏ। ਕਹਿੰਦੇ ਵੀ ਮਹਿਲਾ ਦਾ ਅਰਥ ਹੈ ਇਸਤਰੀ, ਵੀ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਇਸਤਰੀ ਰੂਪ ਦੇ ਵਿੱਚ ਤੇ ਪਰਮੇਸ਼ਰ ਨੂੰ ਪਤੀ ਰੂਪ ਵਿੱਚ ਕਥਨ ਕੀਤਾ ਹੈ। ਇਸ ਕਰਕੇ ਕਹਿੰਦੇ ਮਹਿਲਾ ਦਾ ਅਰਥ ਇਸਤਰੀ ਬਣਦਾ ਹੈ ਤੇ ਮਹਿਲਾ ਉਚਾਰਨ ਕਰੋ। ਉਹ ਮਹਿਲਾ ਕਈਆਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ। ਫਿਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਵੀ ਪੁਰਾਤਨ ਸਮੇਂ ਤੋਂ, ਗੁਰੂ ਕਾਲ ਤੋਂ ਲੈ ਕਰਕੇ ਅੱਜ ਦੇ ਸਮੇਂ ਤੱਕ ਇਸ ਨੂੰ ਕਦੀ ਵੀ ਮਹਿਲਾ ਨਹੀਂ ਉਚਾਰਨ ਕੀਤਾ ਗਿਆ। ਇਸ ਦਾ ਉਚਾਰਨ ਜਿਉਂ ਦਾ ਤਿਉਂ ਜੋ ਪਿੱਛੋਂ ਲੈ ਕਰਕੇ ਅੱਜ ਤੱਕ ਚੱਲਿਆ ਆਉਂਦਾ ਹੈ ਉਹ ਹੈ ਮਹੱਲਾ। ਵੀ ਮਹੱਲਾ ਦਾ ਅਰਥ ਹੈ ਸਰੂਪ, ਮਹੱਲਾ ਦਾ ਅਰਥ ਹੈ ਪਾਤਸ਼ਾਹੀ। ਇਸ ਕਰਕੇ ਇਹਦਾ ਉਚਾਰਨ ਮਹੱਲਾ ਹੀ ਕਰਨਾ ਹੈ, ਮਹਿਲਾ ਨਹੀਂ ਕਰਨਾ। ਜਦੋਂ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਗੁਰਮੁਖ ਪਿਆਰੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਸੀ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਡਟ ਕੇ ਪ੍ਰਚਾਰ ਕੀਤਾ। ਫਿਰ ਜਿਹੜੇ ਮਹਿਲਾ ਕਹਿੰਦੇ ਸੀ ਉਸ ਗੱਲ ਦੀ ਵਿਚਾਰ ਕਰਦਿਆਂ ਗੁਰਮੁਖਾਂ ਨੇ, ਮਹਾਂਪੁਰਖਾਂ ਨੇ ਆਖਿਆ ਵੀ ਜੇ ਤੁਸੀਂ ਕਹਿੰਦੇ ਹੋ ਵੀ ਮਹਿਲਾ, ਵੀ ਇਹਦਾ ਅਰਥ ਇਸਤਰੀ ਵਾਚਕ ਹੈ, ਵੀ ਗੁਰੂ ਸਾਹਿਬ ਨੇ ਇਸਤਰੀ ਵਾਚਕ ਬਾਣੀ ਉਚਾਰਨ ਕੀਤੀ ਹੈ। ਫਿਰ ਕਹਿੰਦੇ ਅਗਲੇ ਪਾਸੇ ਪਹਿਲਾ ਨਹੀਂ ਨਾ ਫਿਰ ਪੜ੍ਹਿਆ ਜਾਣਾ, ਫਿਰ ਪਹਿਲੀ ਪੜ੍ਹੋ। ਫਿਰ ਜੇ ਮਹਿਲਾ ਦਾ ਅਰਥ ਇਸਤਰੀ ਕਰਨਾ ਹੈ ਤੇ ਫਿਰ ਅੱਗੇ ਪਹਿਲਾ ਨਹੀਂ ਪੜ੍ਹੋਗੇ, ਫਿਰ ਤਾਂ ਪਹਿਲੀ ਪੜ੍ਹੋਗੇ ਨਾ, ਫਿਰ ਦੂਜੀ ਪੜ੍ਹੋਗੇ, ਤੀਜੀ। ਕਹਿੰਦੇ ਗੱਲ ਨਹੀਂ ਬਣਦੀ ਭਾਊ, ਇਸ ਤਰ੍ਹਾਂ ਨਹੀਂ ਗੱਲ ਬਣਦੀ। ਇਹਦਾ ਅਰਥ ਮਹੱਲਾ ਹੀ ਪੜ੍ਹਿਆ ਜਾਵੇਗਾ ਤਾਂ ਅਰਥ ਸਪਸ਼ਟ ਹੋਵੇਗਾ ਵੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਉਚਾਰਨ ਕੀਤਾ ਹੈ। ਤਾਂ ਇਸ ਤਰ੍ਹਾਂ ਸਮੇਂ ਦੇ ਨਾਲ ਲੋਕਾਂ ਨੇ ਭਰਮ ਭੁਲੇਖੇ ਪਾਏ, ਪਰ ਗੁਰਮੁਖਾਂ ਨੇ ਉਹ ਮਸਲੇ ਹੱਲ ਕੀਤੇ। ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਇਸ ਦਾ ਕੋਈ ਵੀ ਮਹਿਲਾ ਨਾ ਉਚਾਰਨ ਕਰੇ, ਇਹਦਾ ਉਚਾਰਨ ਮਹੱਲਾ ਹੀ ਕੀਤਾ ਜਾਵੇ। ਤਾਂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਰਾਜਾ ਰਾਮ ਕੀ ਸਰਨਾਈ। ਰਾਜਾ ਜੋ ਪ੍ਰਕਾਸ਼ ਸਰੂਪ ਹੈ, ਰਾਮ ਜੋ ਸਰਬ ਵਿਆਪਕ ਹੈ, ਤੇ ਰਾਜਾ ਜੋ ਸਾਰਿਆਂ ਦਾ ਰਾਜਾ ਹੈ, ਸਭ ਤੋਂ ਵੱਡਾ ਰਾਜਾ ਹੈ, ਉਹ ਹੈ ਰਾਮ ਪਰਮੇਸ਼ਰ ਰਮਿਆ ਹੋਇਆ, ਜਿਸ ਦੀ ਰਾਜਧਾਨੀ ਬੜੀ ਵੱਡੀ ਹੈ, ਜਿਸ ਦਾ ਰਾਜ ਭਾਗ ਬਹੁਤ ਵੱਡਾ ਹੈ, ਜਿਸ ਦੇ ਰਾਜ ਆਸ਼ਰਮ ਦੇ ਬਾਰੇ ਕੋਈ ਗਿਆਨ ਕਥਨ ਹੀ ਨਹੀਂ ਕਰ ਸਕਦਾ ਹੈ। ਰਾਜ ਆਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਉਹ ਪਰਮੇਸ਼ਰ ਵਾਹਿਗੁਰੂ ਸਭ ਤੋਂ ਵੱਡਾ ਰਾਜਾ ਹੈ। ਕਿਸੇ ਰਾਜੇ ਦਾ ਰਾਜ ਕਿਸੇ ਸੂਬੇ ਦੇ ਵਿੱਚ ਹੈ, ਕਿਸੇ ਦੇਸ਼ ਦੇ ਵਿੱਚ ਹੈ, ਦੂਜੇ ਦੇਸ਼ ਵਿੱਚ ਨਹੀਂ ਹੈ। ਪਰ ਪਰਮੇਸ਼ਰ ਇਹੋ ਜਿਹਾ ਰਾਜਾ ਹੈ, ਰਾਮ ਸਰਬ ਵਿਆਪਕ, ਜਿਸ ਦਾ ਰਾਜ ਸਾਰੇ ਦੇਸ਼ਾਂ ਵਿੱਚ ਹੈ, ਸਾਰੇ ਥਾਵਾਂ ਤੇ ਹੈ। ਇੱਕ ਧਰਤੀ ਨੇ ਨਹੀਂ, ਕਰੋੜਾਂ ਧਰਤੀਆਂ ਤੇ, ਕਰੋੜਾਂ ਖੰਡਾਂ ਤੇ ਬ੍ਰਹਿਮੰਡਾਂ ਦੇ ਵਿੱਚ ਜਿਸ ਰਾਜਾ ਰਾਮ ਦਾ ਰਾਜ ਹੈ, ਵਾਹਿਗੁਰੂ ਦਾ ਰਾਜ ਹੈ। ਕਲਗੀਧਰ ਪਾਤਸ਼ਾਹ ਨੇ ਜਾਪ ਸਾਹਿਬ 'ਚ ਫਰਮਾਇਆ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ, ਕਿ ਇਹ ਵਾਹਿਗੁਰੂ ਜੀ ਤੁਸੀਂ ਸਰਬੱਤਰ ਸਾਰੇ ਦੇਸ਼ਾਂ ਦੇ ਵਿੱਚ ਹੋ। ਪਰਮੇਸ਼ਰ ਜੀ ਦਾ ਰਾਜ ਸਾਰੇ ਦੇਸ਼ਾਂ ਵਿੱਚ ਹੈ, ਉਹ ਸਾਰੇ ਦੇਸ਼ਾਂ ਦਾ ਮਾਲਕ ਹੈ, ਉਹਦਾ ਰਾਜ ਸਭ ਥਾਵਾਂ ਦੇ ਉੱਤੇ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ,
ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਤੁਸੀਂ ਰਾਜਿਆਂ ਦੇ ਰਾਜੇ ਹੋ, ਮਹਾਰਾਜਿਆਂ ਦੇ ਵੀ ਮਹਾਰਾਜੇ ਹੋ, ਤੇ ਐਸੇ ਰਾਜੇ ਨੂੰ ਛੱਡ ਕੇ ਅਸੀਂ ਦੂਜੇ ਨੂੰ ਕਿਉਂ ਧਿਆਈਏ। ਰਾਜਾ ਰਾਮ ਕੀ ਸਰਨਾਏ। ਪੰਚਮ ਪਾਤਸ਼ਾਹ ਕਹਿੰਦੇ, ਜੋ ਰਾਜਾ ਹੈ ਪਰਮੇਸ਼ਰ, ਰਾਮ ਸਰਬ ਵਿਆਪਕ ਹੈ। ਉਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਜਿਹੜੇ ਜੀਵ ਪੈਂਦੇ ਹਨ, ਉਹ ਪ੍ਰਭੂ ਦੀ ਸ਼ਰਨ ਸਭ ਤੋਂ ਵੱਡੀ ਹੈ। ਤੇ ਜਿਹੜੇ ਜੀਵ ਉਸ ਰਾਜਾ ਰਾਮ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਨਿਰਭਉ ਭੈ ਗੋਬਿੰਦ ਗੁਣ ਗਾਵਤ। ਹੇ ਭਾਈ, ਜਿਹੜੇ ਪ੍ਰਭੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕਰਕੇ ਗੋਬਿੰਦ ਦੇ ਗੁਣਾਂ ਨੂੰ ਗਾਇਨ ਕਰਦੇ ਆ, ਉਹ ਨਿਰਭਉ ਪਏ, ਡਰ ਤੋਂ ਰਹਿਤ ਹੋ ਜਾਂਦੇ। ਉਹਨਾਂ ਦਾ ਡਰ ਦੂਰ ਹੋ ਜਾਂਦਾ ਹੈ, ਭਉ ਦੂਰ ਹੋ ਜਾਂਦਾ ਹੈ। ਜਿਨ੍ਹਾਂ ਨੇ ਉਸ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਗੋਬਿੰਦ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ, ਕਿਉਂਕਿ ਉਹ ਵਾਹਿਗੁਰੂ ਆਪ ਨਿਰਭਉ ਹੈ। ਤੇ ਜਿਹੜਾ ਵੀ ਜੀਵ ਉਸ ਨੂੰ ਜਪਦਾ ਹੈ, ਉਸ ਨੂੰ ਜਪਣ ਵਾਲੇ ਨੂੰ ਵੀ ਉਹ ਨਿਰਭਉ ਕਰ ਦਿੰਦਾ ਹੈ। ਆਪ ਨਿਰਵੈਰ ਹੈ। ਜੋ ਉਸ ਵਾਹਿਗੁਰੂ ਜੀ ਦੀ ਆਰਾਧਨਾ ਕਰਦਾ, ਉਹਦੀ ਸ਼ਰਨ ਵਿੱਚ ਆਉਂਦਾ, ਉਸ ਨੂੰ ਵੀ ਨਿਰਵੈਰ ਕਰ ਦਿੰਦਾ ਹੈ। ਨਿਰਭਉ ਨਿਰਵੈਰ ਵਾਹਿਗੁਰੂ ਆਪ ਹੈ। ਇਸ ਕਰਕੇ ਜਿਹੜਾ ਜੀਵ ਉਸ ਦੀ ਸ਼ਰਨ ਵਿੱਚ ਆਉਂਦਾ, ਉਸ ਨੂੰ ਵੀ ਨਿਰਭਉ ਤੇ ਨਿਰਵੈਰ ਕਰ ਦਿੰਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਮਹਾਰਾਜ ਕਹਿੰਦੇ ਉਹ ਨਿਰਭਉ ਹੋ ਗਏ, ਡਰ ਤੋਂ ਰਹਿਤ ਹੋ ਗਏ, ਜਿਨ੍ਹਾਂ ਨੇ ਗੋਬਿੰਦ ਦੇ ਗੁਣਾਂ ਨੂੰ ਗਾਇਆ ਹੈ। ਸਾਧ ਸੰਗ ਦੁਖ ਜਾਏ। ਤੇ ਜਿਹੜੇ ਜੀਵ ਸਾਧ ਸੰਗਤ ਕਰਦੇ ਹਨ, ਸਾਧ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਹਨ, ਉਹਨਾਂ ਦਾ ਦੁੱਖ ਜਾਏ, ਦੁੱਖ ਚਲੇ ਜਾਂਦਾ ਹੈ, ਦੁੱਖ ਨਿਵਰਤ ਹੋ ਜਾਂਦਾ ਹੈ। ਜਨਮ ਤੇ ਮਰਨ ਦਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਅਗਿਆਨ ਦਾ ਦੁੱਖ ਹੈ, ਭੁੱਖ ਦਾ ਦੁੱਖ ਹੈ, ਅਨੇਕਾਂ ਦੁੱਖ ਹਨ ਸਾਧ ਸੰਗਤ ਜੀ। ਮਹਾਰਾਜ ਸਾਹਿਬ ਜੀ ਨੇ ਜਿੱਥੇ ਅਨੇਕਾਂ ਦੁੱਖਾਂ ਦਾ ਜ਼ਿਕਰ ਕੀਤਾ ਹੈ, ਉੱਥੇ 4 ਦੁੱਖਾਂ ਦਾ ਮਹਾਰਾਜ ਸਾਹਿਬ ਜੀ ਨੇ ਵਿਸ਼ੇਸ਼ ਜ਼ਿਕਰ ਕੀਤਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵਿਛੋੜੇ ਦਾ ਵੀ ਦੁੱਖ ਹੈ। ਵਿਛੋੜਾ ਤੇ ਸੰਬੰਧੀਆਂ ਦਾ ਆਪਸ ਵਿੱਚ ਪੈ ਜਾਵੇ, ਉਹਦਾ ਵੀ ਦੁੱਖ ਹੁੰਦਾ ਹੈ। ਪਰਿਵਾਰ ਦਾ ਆਪਸ ਵਿੱਚ ਵਿਛੋੜਾ ਪੈ ਜਾਵੇ, ਕੋਈ ਪਰਿਵਾਰ ਦਾ ਮੈਂਬਰ ਵਿਦੇਸ਼ ਵਿੱਚ ਹੈ, ਵਿਛੋੜਾ ਪਿਆ ਹੋਇਆ, ਦੁੱਖ ਤੇ ਉਹਦਾ ਵੀ ਹੁੰਦਾ ਹੈ। ਪਰ ਇੱਥੇ ਵਿਛੋੜੇ ਦਾ ਜ਼ਿਕਰ ਹੈ ਵੀ ਜਿਹੜਾ ਜੀਵ ਦਾ ਪ੍ਰਮਾਤਮਾ ਨਾਲੋਂ ਵਿਛੋੜਾ ਪਿਆ ਹੈ, ਪ੍ਰਭੂ ਨਾਲੋਂ ਵਿਛੜ ਕਰਕੇ ਦੁਖੀ ਹੁੰਦਾ ਹੈ। ਦੁੱਖ ਭੁੱਖ ਦਾ ਵੀ ਹੈ। ਭੁੱਖ ਕਿਹੜੀ? ਭੁੱਖ ਤੇ ਰੋਟੀ ਦੀ ਭੁੱਖ ਵੀ ਦੁਖੀ ਕਰਦੀ ਹੈ, ਪ੍ਰਸ਼ਾਦੇ ਦੀ ਭੁੱਖ ਵੀ ਦੁਖੀ ਕਰਦੀ ਹੈ। ਪਰ ਇੱਥੇ ਭੁੱਖ ਦਾ ਭਾਵ ਹੈ ਤ੍ਰਿਸ਼ਨਾ ਰੂਪੀ ਜਿਹੜੀ ਭੁੱਖ ਹੈ, ਤ੍ਰਿਸ਼ਨਾ ਰੂਪੀ ਭੁੱਖ ਦਾ ਦੁੱਖ ਹੈ। ਕਿੰਨੇ ਪਦਾਰਥਾਂ ਨੂੰ ਖਾ ਖਾ ਕੇ ਇਹ ਤ੍ਰਿਸ਼ਨਾ ਰੱਜਦੀ ਨਹੀਂ ਹੈ, ਇਹ ਵੀ ਦੁੱਖ ਹੈ। ਜਮਦੂਤਾਂ ਦਾ ਵੀ ਹੈ ਦੁੱਖ। ਮਹਾਰਾਜ ਕਹਿੰਦੇ ਸਰੀਰ ਨੂੰ ਕੋਈ ਰੋਗ ਲੱਗ ਜਾਣਾ, ਉਹਦਾ ਵੀ ਦੁੱਖ ਹੈ। ਇਹ ਭਾਈ ਜਿਹੜੇ ਸਾਧ ਸੰਗਤ ਕਰਦੇ ਹਨ, ਉਹਨਾਂ ਦੇ ਇਹ ਦੁੱਖ ਨਿਵਰਤ ਹੋ ਜਾਂਦੇ। ਫਿਰ ਜਨਮ ਤੇ ਮਰਨ ਦਾ ਦੁੱਖ ਹੈ। ਜਨਮ ਦਾ ਵੀ ਕਿੱਡਾ ਵੱਡਾ ਦੁੱਖ ਹੈ, ਜਿਸ ਵੇਲੇ ਜੀਵ ਗਰਭ ਦੇ ਵਿੱਚ ਪੁੱਠਾ ਲਟਕਦਾ ਹੈ, ਕਿੰਨੇ ਮਹੀਨਿਆਂ ਤੱਕ ਲਟਕਦਾ ਹੈ। ਮੁਖ ਤਲੇ ਪੈਰ ਉੱਪਰੇ ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦਾ ਨਾਏ। ਤਾਂ ਮਹਾਰਾਜ ਕਹਿੰਦੇ ਭਾਈ ਜਿਹੜੇ ਜੀਵ ਸਾਧ ਸੰਗਤ ਕਰਦੇ ਆ, ਉਹਨਾਂ ਦਾ ਜੰਮਣ ਦਾ, ਮਰਨ ਦਾ, ਅਗਿਆਨ ਦਾ ਆਦਿਕ ਜਿੰਨੇ ਦੁੱਖ ਆ, ਇਹ ਸਾਰੇ ਦੁੱਖ ਚਲੇ ਜਾਂਦੇ ਹਨ। ਰਹਾਉ ਵਿਸਰਾਮ ਦੇ ਕਰਕੇ ਫਰਮਾਉਂਦੇ ਹਨ। ਜਾ ਕੈ
ਜਾ ਕੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਸਰਬ ਵਿਆਪਕ ਰਾਮ ਵਸ ਜਾਂਦਾ ਹੈ। ਰਾਮ ਵਸੈ ਮਨ ਮਾਹੀ, ਮਨ ਦੇ ਵਿੱਚ ਵਸ ਜਾਂਦਾ ਹੈ ਜਿਨ੍ਹਾਂ ਦੇ ਰਾਮ। ਸਰਬ ਵਿਆਪਕ ਪ੍ਰਭੂ ਜਿਨ੍ਹਾਂ ਦੇ ਮਨ ਦੇ ਵਿੱਚ ਭਾਈ ਵਸਦਾ ਹੈ। ਸੋ ਜਨ ਦੁਤਰ ਪੇਖਤ ਨਾਹੀ। ਉਹ ਜਨ ਫਿਰ ਇਸ ਸੰਸਾਰ ਨੂੰ ਦੁੱਤਰ ਨਹੀਂ ਵੇਖਦਾ। ਦੁੱਤਰ ਦਾ ਭਾਵ ਹੈ ਤੇ ਜਿਹੜਾ ਤਰਨਾ ਬਹੁਤ ਦੁਸਤਰ ਹੈ, ਬਹੁਤ ਕਠਿਨ ਹੈ। ਤੇ ਜਿਸ ਦੇ ਮਨ ਵਿੱਚ ਰਾਮ ਵਸ ਜਾਂਦਾ ਹੈ ਉਹ ਇਸ ਕਠਿਨ ਤਰਨ ਵਾਲੇ ਸੰਸਾਰ ਨੂੰ ਨਹੀਂ ਵੇਖਦਾ, ਇਹਦੀ ਕਠਿਨਾਈ ਨਹੀਂ ਵੇਖਦਾ, ਉਹ ਸੁਖੈਣ ਹੀ ਤਰ ਜਾਂਦਾ ਹੈ। ਉਸ ਨੂੰ ਇਹ ਕਠਿਨ ਨਹੀਂ ਭਾਸਦਾ ਹੈ, ਇਹ ਔਖਾ ਨਹੀਂ ਲੱਗਦਾ ਇਹ ਸੰਸਾਰ ਤੋਂ ਤਰਨਾ। ਜਿਸ ਦੇ ਹਿਰਦੇ ਵਿੱਚ ਰਾਮ ਵਸ ਜਾਂਦਾ ਹੈ ਉਹ ਤਾਂ ਇਹ ਗੱਲ ਕਹਿੰਦਾ ਹੈ ਵੀ ਬਹੁਰ ਹਮ ਕਾਹੇ ਆਵਹਿਗੇ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਬੂਝ ਸਮਾਵਹਿਗੇ। ਹੁਕਮ ਨੂੰ ਬੁੱਝ ਕਰਕੇ ਉਹਦੇ ਵਿੱਚ ਸਮਾ ਜਾਵਾਂਗੇ। ਉਸ ਨੂੰ ਇਹ ਕਠਿਨ ਨਹੀਂ ਲੱਗਦਾ ਹੈ। ਇਹ ਸੰਸਾਰ ਹੈ ਤਾਂ ਸਮੁੰਦਰ, ਹੈ ਤਾਂ ਡੂੰਘਾ, ਪਰ ਜਿਸ ਦੇ ਹਿਰਦੇ ਵਿੱਚ ਰਾਮ ਵਸ ਜਾਂਦਾ ਹੈ ਉਹਦੇ ਵਾਸਤੇ ਇਹ ਕਠਿਨ ਨਹੀਂ ਹੈ, ਉਹ ਇਹਨੂੰ ਕਠਿਨ ਨਹੀਂ ਵੇਖਦਾ ਹੈ। ਸਗਲੇ ਕਾਜ ਸਵਾਰੇ ਆਪਣੇ। ਇਹ ਭਾਈ ਜਿਹੜਾ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਂਦਾ, ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਵਸ ਜਾਂਦਾ, ਉਹ ਆਪਣੇ ਸਾਰੇ ਹੀ ਕਾਰਜ ਸਵਾਰ ਲੈਂਦਾ ਹੈ। ਸਗਲੇ ਕਾਜ ਸਵਾਰੇ ਆਪਣੇ, ਉਸ ਦੇ ਸੰਸਾਰੀ ਕਾਰਜ ਵੀ ਸੌਰ ਜਾਂਦੇ ਹਨ ਤੇ ਉਸ ਦੇ ਪਰਮਾਰਥੀ ਕਾਰਜ ਵੀ ਸੌਰ ਜਾਂਦੇ। ਸਾਰੇ ਆਪਣੇ ਕਾਰਜ ਸਵਾਰ ਲੈਂਦਾ। ਸਾਰੇ ਕਾਰਜਾਂ ਤੋਂ ਭਾਵ ਸੰਸਾਰੀ ਕਾਰਜ ਤਾਂ ਹੈ ਹੀ, ਪਰ ਅਸਲ ਕਾਰਜ ਮਨੁੱਖ ਦਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੋ ਇਸ ਮਾਨਸ ਦਾ ਅਸਲ ਕਾਰਜ ਇਹ ਹੈ, ਜ਼ਿੰਦਗੀ ਦਾ ਮਕਸਦ ਇਹ ਹੈ, ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਭ ਤੋਂ ਵੱਡਾ ਕੰਮ ਮਨੁੱਖਾ ਜਨਮ ਦਾ ਇਹੀ ਹੈ, ਗੋਬਿੰਦ ਨਾਲ ਮਿਲਣ ਦਾ, ਅਗਿਆਨ ਨੂੰ ਦੂਰ ਕਰਨ ਦਾ, ਅਵਿਦਿਆ ਨੂੰ ਦੂਰ ਕਰਨ ਦਾ, ਤੇ ਆਪਣੇ ਆਪ ਦੀ ਸਮਝ ਵੀ ਮੈਂ ਕਿੱਥੋਂ ਆਇਆ, ਕਿਉਂ ਆਇਆ, ਕੀ ਕਰਨ ਵਾਸਤੇ ਆਇਆ ਤੇ ਕੀ ਕਰ ਰਿਹਾ ਤੇ ਕਿੱਥੇ ਜਾਣਾ। ਸਤਿਗੁਰੂ ਕਹਿੰਦੇ ਨਾ ਤੀਜੇ ਪਾਤਸ਼ਾਹ ਵੀ ਇਹ ਸਰੀਰ ਨਾਲ ਆਪਾਂ ਗੱਲਾਂ ਕਰੀਏ, ਸਰੀਰ ਨਾਲ, ਇਸ ਦੇਹ ਦੇ ਨਾਲ ਗੱਲਾਂ ਕਰੀਏ। ਇਹ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਮੇਰਿਆ ਸਰੀਰਾ, ਇਸ ਸੰਸਾਰ ਵਿੱਚ ਤਾਂ ਤੂੰ ਆਇਆ ਹੈ, ਆ ਗਿਆ ਸੰਸਾਰ ਵਿੱਚ, ਪਰ ਕਿਉਂ ਆਇਆ ਕਦੀ ਸੋਚਿਆ ਮਿਲ ਕੇ? ਕਦੀ ਬੈਠ ਕੇ ਹੇ ਸਰੀਰਾ ਤੂੰ ਆਪਣੇ ਆਪ ਦੀ ਵਿਚਾਰ ਕੀਤੀ ਹੈ ਵੀ ਕਾਹਦੇ ਵਾਸਤੇ ਆਇਆ ਹੈ ਤੂੰ? ਤੇ ਜਿਸ ਵਾਸਤੇ ਆਇਆ ਉਹ ਕੰਮ ਕੀਤਾ ਤੂੰ ਕਿ ਨਹੀਂ ਕੀਤਾ? ਇਹ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ? ਵੀ ਜਿਸ ਵਾਸਤੇ ਸਰੀਰਾ ਤੂੰ ਜੱਗ ਵਿੱਚ ਆਇਆ, ਤੂੰ ਉਹ ਕੰਮ ਕੀਤਾ ਕਿ ਨਹੀਂ ਕੀਤਾ? ਉਹ ਕੰਮ ਕਿਹੜਾ ਹੈ? ਵੀ ਤੂੰ ਤਾਂ ਹੋਰ ਹੀ ਕੰਮ ਸਵਾਰਨ ਵਿੱਚ ਲੱਗਾ ਪਿਆ ਹੈ। ਜਿਹੜਾ ਅਸਲ ਕੰਮ ਤੂੰ ਸਵਾਰਨ ਵਾਸਤੇ ਆਇਆ ਵਾ, ਉਹ ਕੰਮ ਤੂੰ ਕੀਤਾ ਕਿ ਨਹੀਂ ਕੀਤਾ? ਉਹ ਅਗਲੀਆਂ ਪੰਕਤੀਆਂ 'ਚ ਦੱਸਿਆ ਮਹਾਰਾਜ ਨੇ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਹਰੀ ਨੇ ਤੇਰਾ ਰਚਨ ਰਚਿਆ, ਤੇਰੀ ਪੈਦਾਇਸ਼ ਕੀਤੀ ਸਰੀਰਾ, ਤੈਨੂੰ ਪੈਦਾ ਕੀਤਾ, ਤੂੰ ਆਇਆ ਹੈ ਉਸ ਨੂੰ ਆਪਣੇ ਮਨ ਵਿੱਚ ਵਸਾਉਣ ਵਾਸਤੇ। ਤੂੰ ਆਇਆ ਹੈ ਉਸ ਦੇ ਨਾਲ ਮਿਲਣ ਵਾਸਤੇ ਜਿਹਦੇ ਤੋਂ ਵਿਛੜਿਆ ਹੋਇਆ ਹੈ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਉਸ ਹਰੀ ਨੂੰ ਤਾਂ ਤੂੰ ਮਨ ਵਿੱਚ ਹੀ ਨਹੀਂ ਵਸਾਇਆ, ਤਾਂ ਉਹ ਹਰੀ ਕਿਵੇਂ ਮਨ ਵਿੱਚ ਵਸੇਗਾ? ਗੁਰੂ ਸਾਹਿਬ ਕਹਿੰਦੇ
ਗੁਰ ਪ੍ਰਸਾਦੇ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਜਦੋਂ ਗੁਰੂ ਸਾਹਿਬ ਜੀ ਦੀ ਪ੍ਰਸਾਦੀ ਕਿਰਪਾ ਹੋਵੇਗੀ ਨਾ, ਗੁਰੂ ਕੀ ਕਿਰਪਾ ਨਾਲ ਉਹ ਹਰੀ ਮਨ ਵਿੱਚ ਵਸੇਗਾ। ਪੂਰਬਲੇ ਲੇਖ ਅਨੁਸਾਰ ਜਦੋਂ ਗੁਰੂ ਕੀ ਹੋਵੇਗੀ ਕਿਰਪਾ, ਤੇ ਫਿਰ ਹਰੀ ਮਨ ਵਿੱਚ ਵਸੇਗਾ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ। ਮਹਾਰਾਜ ਕਹਿੰਦੇ ਇਹ ਸਰੀਰ ਪ੍ਰਵਾਨ ਹੋਵੇਗਾ ਵਾਹਿਗੁਰੂ ਦੇ ਦਰ ਉੱਤੇ, ਜਿਸ ਸਰੀਰ ਨੇ ਆਪਣਾ ਚਿੱਤ ਸਤਿਗੁਰੂ ਜੀ ਦੇ ਨਾਲ ਲਾਇਆ, ਜਿਸ ਸਰੀਰ ਨੇ ਆਪਣਾ ਚਿੱਤ ਗੁਰੂ ਜੀ ਦੇ ਨਾਲ ਜੋੜਿਆ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਭਾਈ ਅਸਲ ਕਾਰਜ ਇਹ ਹੀ ਸਵਾਰਨ ਵਾਸਤੇ ਤੂੰ ਆਇਆ ਹੈ। ਸਗਲੇ ਕਾਜ ਸਵਾਰੇ ਆਪਣੇ। ਜਿਸ ਨੇ ਸਾਧ ਸੰਗਤ ਕੀਤੀ ਹੈ, ਪ੍ਰਭੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਸ ਨੇ ਆਪਣੇ ਸਾਰੇ ਕਾਰਜ ਸਵਾਰ ਲਏ। ਹਰ ਹਰ ਨਾਮ ਰਸਨ ਨਿਤ ਜਪਨੇ। ਕਿਸ ਨੇ ਆਪਣੇ ਸਾਰੇ ਕਾਰਜ ਸਵਾਰੇ? ਜਿਸ ਨੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਰਸਨਾ ਦੇ ਨਾਲ ਨਿਤਾ ਪ੍ਰਤੀ ਜਪਣਾ ਕੀਤਾ। ਹਰ ਦਾ ਅਰਥ ਹੈ ਹਰੀ, ਹਰ ਥਾਂ ਤੇ ਵਸਣ ਵਾਲਾ, ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲਾ, ਦੁੱਖਾਂ ਦਾ ਹਾਰਕ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਰਸਨਾ ਦੇ ਨਾਲ ਜਿਸ ਨੇ ਨਿਤਾ ਪ੍ਰਤੀ ਜਪਣਾ ਕੀਤਾ ਹੈ, ਕਿਉਂਕਿ ਰਸਨਾ ਮਿਲੀ ਹੀ ਜਪਣ ਵਾਸਤੇ। ਸਤਿਗੁਰੂ ਕਹਿੰਦੇ ਜੇ ਰਸਨਾ ਨਾਮ ਨਾ ਜਪੇ ਤੇ ਇਹਦਾ ਕੋਈ ਬਹੁਤਾ ਲਾਭ ਨਹੀਂ ਹੈ। ਇਸ ਨੂੰ ਗੁਰਬਾਣੀ ਦੇ ਅੰਦਰ ਜੀਭ ਵੀ ਆਖਿਆ, ਜਿਹਵਾ ਵੀ ਆਖਿਆ, ਰਸਨਾ ਵੀ ਆਖਿਆ। ਇਹ ਰਸਨਾ ਜਿਹੜੀ ਹੈ ਸਾਡੀ, ਇਹ ਬੋਲਣ ਦਾ ਵੀ ਕੰਮ ਕਰਦੀ ਹੈ ਨਾ, ਤੇ ਇਹ ਸਵਾਦ ਦਾ ਵੀ ਕੰਮ ਕਰਦੀ, ਸਵਾਦ ਨੂੰ ਚੱਖਣ ਦਾ ਵੀ। ਇਹਦਾ ਰਸਨਾ ਨਾਮ ਤਾਂ ਹੈ ਕਿਉਂਕਿ ਇਹ ਰਸ ਵੀ ਚੱਖਦੀ ਹੈ। ਬੋਲਣ ਦਾ ਕੰਮ ਤੇ ਕਰਦੀ ਹੈ ਨਾਲ, ਪਰ ਸਵਾਦ ਦਾ ਵੀ ਪਤਾ ਇਸ ਰਸਨਾ ਦੁਆਰਾ ਹੀ ਲੱਗਦਾ ਹੈ। ਕੋਈ ਵੀ ਪਦਾਰਥ ਹੈ, ਚਾਹੇ ਮਿੱਠਾ ਹੈ ਜਾਂ ਖੱਟਾ ਹੈ ਜਾਂ ਲੂਣ ਵਾਲਾ ਹੈ ਜਾਂ ਕੌੜਾ ਕਸੈਲਾ ਹੈ, ਉਹ ਜਦੋਂ ਰਸਨਾ ਦੇ ਉੱਤੇ ਰੱਖਿਆ ਜਾਂਦਾ ਹੈ ਨਾ, ਭੋਰਾ ਜਿੰਨਾ ਵੀ, ਇਹ ਉਸੇ ਵੇਲੇ ਦੱਸ ਦਿੰਦੀ ਆ ਵੀ ਇਹਦੇ 'ਚ ਮਿੱਠਾ ਵੱਧ ਹੈ ਕਿ ਘੱਟ ਹੈ। ਕੋਈ ਸਬਜ਼ੀ ਭਾਜੀ ਦਾ ਲੂਣ ਵੀ ਇਹ ਦੱਸ ਦਿੰਦੀ ਹੈ ਵੀ ਇਹਦੇ 'ਚ ਲੂਣ ਪੂਰਾ ਹੈ, ਜ਼ਿਆਦਾ ਹੈ ਜਾਂ ਘੱਟ ਹੈ, ਕਿਉਂਕਿ ਇਹਨੂੰ ਰਸਾਂ ਦੀ ਗਿਆਤੀ ਆਖਿਆ। ਰਸਾਂ ਦੀ ਗਿਆਤੀ, ਰਸਾਂ ਨੂੰ ਜਾਣਨ ਵਾਲੀ। ਤੇ ਸਹਿਸਕ੍ਰਿਤੀ ਸ਼ਲੋਕਾਂ 'ਚ ਪੰਚਮ ਪਾਤਸ਼ਾਹ ਕਹਿੰਦੇ, ਹੇ ਜਿਹਬੇ ਹੇ ਰਸਗੇ ਮਦਰ ਪ੍ਰਿਯ ਤੋਯੰ ਸਤ ਹਤੰ ਪਰਮ ਬਾਦੰ ਅਵਰਤ ਇਥੈ ਸੁਧ ਅਸ਼ਰਨ ਹੈ। ਵੀ ਹੇ ਜੀਵ, ਹੇ ਰਸਾਂ ਦੀ ਗਿਆਤੀਏ, ਜਦੋਂ ਸੱਚੇ ਨਾਮ ਨੂੰ ਬੋਲਣਾ ਹੋਵੇ ਤੇ ਪੰਚਮ ਪਾਤਸ਼ਾਹ ਕਹਿੰਦੇ ਤੇਰੀ ਹੱਤਿਆ ਹੀ ਹੋ ਜਾਂਦੀ ਹੈ। ਇਹ ਜੀਵ ਨੂੰ ਕਹਿੰਦੇ ਰਸਾਂ ਨੂੰ ਚੱਖਣ ਵਾਲੀਏ, ਰਸਾਂ ਦੀਏ ਗਿਆਤੀਏ, ਜਦੋਂ ਸੱਚ ਬੋਲਣਾ ਹੋਵੇ, ਸੱਚ ਤੋਂ ਭਾਵ ਪਰਮੇਸ਼ਰ ਦੇ ਨਾਮ ਨੂੰ ਬੋਲਣਾ ਹੋਵੇ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ ਸਤ ਹੈ। ਸਤ ਹਤੰ, ਜਦੋਂ ਸਤ ਬੋਲਣਾ ਹੋਵੇ ਤੇ ਰਸਾਂ ਦੀ ਗਿਆਤੀਏ ਤੇਰੀ ਹੱਤਿਆ ਹੀ ਹੋ ਜਾਂਦੀ ਹੈ, ਤੂੰ ਮਾਰੀ ਜਾਨੀ ਹੈ। ਇਹ ਜੀਵ ਨੂੰ ਆਖਿਆ ਵੀ ਫਿਰ ਤੇਰੀ ਆਵਾਜ਼ ਹੀ ਨਹੀਂ ਨਿਕਲਦੀ। ਤੇ ਜੇ ਝਗੜਾ ਕਰਨ ਵਾਸਤੇ ਬੋਲਣਾ ਹੋਵੇ ਤੇ ਤੂੰ ਵੱਡੀ ਹੋ ਕਰਕੇ ਬੋਲਦੀ ਹੈ। ਪਰਮ ਬਾਦੰ, ਜੇ ਬਾਦ ਕਰਨਾ ਹੋਵੇ, ਵਿਅਰਥ ਫਜ਼ੂਲ ਝਗੜੇ ਦੇ ਵਿੱਚ ਝਗੜਨਾ ਹੋਵੇ ਤੇ ਤੂੰ ਬਹੁਤ ਬੋਲਦੀ ਹੈ। ਸਤਿਗੁਰੂ ਕਹਿੰਦੇ ਤੂੰ ਨਾਮ ਬੋਲਿਆ ਕਰ, ਨਾਮ। ਇੱਕ ਥਾਂ ਤੇ ਇਹ ਵੀ ਆਖਿਆ ਮਹਾਰਾਜ ਸਾਹਿਬ ਜੀ ਨੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਵੀ ਇਹ ਰਸਨਾ ਜਿਹੜੀ ਨਾਮ ਨਹੀਂ ਬੋਲਦੀ, ਇਹ ਤਾਂ ਤਿਲ ਤਿਲ ਜਿੰਨੀ ਕੱਟ ਦੇਣੀ ਚਾਹੀਦੀ ਹੈ। ਇਹ ਤਾਂ ਤਿਲ ਤਿਲ ਜਿੰਨੀ ਕੱਟੀ ਜਾਵੇਗੀ। ਹੋਰ ਬਹੁਤ ਕੁਝ ਉਹ ਬੋਲਦੀ ਹੈ,
ਪਰ ਨਾਮ ਨਹੀਂ ਬੋਲਦੀ। ਹੋਰ ਬਹੁਤ ਸਵਾਦ ਚੱਖਦੀ ਹੈ, ਪਰ ਨਾਮ ਦਾ ਸਵਾਦ ਨਹੀਂ ਇਹ ਚੱਖਦੀ। ਤੀਜੇ ਪਾਤਸ਼ਾਹ ਜੀ ਨੇ ਆਖਿਆ ਕਿ ਰਸਨਾ, ਤੂੰ ਹੋਰ ਭਾਵੇਂ ਕਿੰਨੇ ਮਰਜ਼ੀ ਸਵਾਦ ਚੱਖੀ ਜਾ, ਜਿੰਨਾ ਚਿਰ ਨਾਮ ਰਸ ਦਾ ਸਵਾਦ ਨਾ ਤੂੰ ਮਾਣਿਆ, ਓਨਾ ਚਿਰ ਤੇਰੀ ਤ੍ਰਿਪਤੀ ਨਹੀਂ ਹੋਣੀ, ਤੂੰ ਰੱਜਣਾ ਨਹੀਂ। ਮਹਾਰਾਜ ਕਹਿੰਦੇ ਰਸਨਾ ਰੱਜੇਗੀ ਉਦੋਂ ਹੀ ਜਦੋਂ ਇਹਨੂੰ ਨਾਮ ਦਾ ਰਸ ਪ੍ਰਾਪਤ ਹੋਇਆ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਤੇਰੀ ਤੇ ਨਹੀਂ ਬੁਝਣੀ ਉਹਨਾਂ ਚਿਰ, ਤੇਰੀ ਪਿਆਸ ਨਹੀਂ ਨਿਵਰਤ ਹੋਣੀ। ਜਿਹੜੇ ਪਦਾਰਥਾਂ ਦੇ ਸਵਾਦ ਚੱਖਣ ਦੀ, ਰਸਾਂ ਕਸਾਂ ਨੂੰ ਖਾਣ ਭੋਗਣ ਦੀ ਤੈਨੂੰ ਪਿਆਸ ਲੱਗੀ ਹੋਈ ਹੈ, ਡੰਝਾ ਲੱਗੀ ਹੋਈ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਤੇਰੇ ਪੱਲੇ ਹਰ ਰਸ ਨਾ ਪਿਆ, ਪ੍ਰਭੂ ਦਾ ਨਾਮ ਰਸ ਨਾ ਪਿਆ, ਉਹਨਾਂ ਚਿਰ ਤੇਰੀ ਪਿਆਸ ਨਹੀਂ ਜਾਣੀ, ਤੇਰੀ ਤੇਹ ਨਹੀਂ ਬੁਝਣੀ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵੀਸਰੇ, ਜਾਂ ਹਰ ਵਸੈ ਮਨ ਆਏ। ਜਦੋਂ ਮਹਾਰਾਜ ਕਹਿੰਦੇ ਹਰੀ ਮਨ ਵਿੱਚ ਆ ਵਸੇਗਾ, ਫਿਰ ਹੋਰ ਸਾਰੇ ਅਨ ਰਸ ਤੈਨੂੰ ਭੁੱਲ ਜਾਣਗੇ, ਫਿਰ ਤੂੰ ਹੋਰ ਰਸਾਂ ਦੇ ਵਿੱਚ ਖਚਤ ਨਹੀਂ ਹੋਵੇਂਗੀ। ਪੰਚਮ ਪਾਤਸ਼ਾਹ ਕਹਿੰਦੇ ਹਰ ਹਰ ਨਾਮ ਰਸਨ ਨਿਤ ਜਪਨੇ। ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਰਸਨਾ ਦੇ ਨਾਲ ਨਿਤਾ ਪ੍ਰਤੀ ਜਪਣਾ ਕੀਤਾ ਹੈ, ਉਹਨਾਂ ਨੇ ਆਪਣੇ ਸਾਰੇ ਕਾਰਜ ਸਵਾਰ ਲਏ। ਸਗਲੇ ਕਾਜ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਨੇ। ਇੱਥੇ ਨਿਤ ਦਾ ਜ਼ਿਕਰ ਆਇਆ ਹੈ। ਕਈ ਵਾਰੀ ਖਿਆਲ ਕੀਤਾ ਜਾਂਦਾ ਨਾ ਵੀ ਮਹਾਰਾਜ ਸਾਹਿਬ ਜੀ ਨੇ ਕਿੱਥੇ ਲਿਖਿਆ ਜੀ ਨਿਤਨੇਮ ਕਰੋ। ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਿੱਥੇ ਲਿਖਿਆ ਹੈ ਵੀ ਨਿਤਨੇਮ ਰੋਜ਼ ਕਰੋ। ਮਹਾਰਾਜ ਸਾਹਿਬ ਨੇ ਤੇ ਅੰਮ੍ਰਿਤ ਬਾਣੀ 'ਚ ਪਵਿੱਤਰ ਸ਼ਬਦਾਂ 'ਚ ਥਾਂ ਥਾਂ ਤੇ ਲਿਖਿਆ ਹੋਇਆ, ਜਿਵੇਂ ਇਸ ਪੰਕਤੀ ਵਿੱਚ ਆ ਗਿਆ ਹਰ ਹਰ ਨਾਮ ਰਸਨ ਨਿਤ ਜਪਨੇ। ਵੀ ਨਿਤਾ ਪ੍ਰਤੀ ਰਸਨਾ ਦੇ ਨਾਲ ਭਾਈ ਜਪ, ਪ੍ਰਭੂ ਦੇ ਨਾਮ ਨੂੰ ਜਪ। ਨਿਤਾ ਪ੍ਰਤੀ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ 5 ਬਾਣੀਆਂ ਦੇ ਨਿਤਨੇਮ ਨੂੰ ਕਰ। ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦਾ ਨਿਤ ਨੇਮ ਕਰ। ਰਾਤੀ ਕੀਰਤਨ ਸੋਹਿਲੇ ਦਾ ਨਿਤਨੇਮ ਕਰ। ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਮੂਲ ਮੰਤਰ ਗੁਰ ਮੰਤਰ ਨੂੰ ਨਿਤਾ ਪ੍ਰਤੀ ਜਪ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਜਪਿਆ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਉਹਨਾਂ ਦੇ ਕਾਰਜ ਸੌਰ ਗਏ। ਭਾਵੇਂ ਉਹ ਕਾਰਜ ਸੰਸਾਰੀ ਸੀ ਤੇ ਭਾਵੇਂ ਉਹ ਕਾਰਜ ਪਰਮਾਰਥੀ ਸੀ। ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਸਵਾਰ ਦਿੱਤੇ ਆਪਣੇ ਪਿਆਰਿਆਂ ਦੇ ਕਾਰਜ। ਤਾਂ ਹੀ ਭਗਤ ਧੰਨਾ ਜੀ ਨੇ ਆਖਿਆ ਹੈ ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ। ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ। ਜੋ ਜਨ ਤੁਮਰੀ ਭਗਤ ਕਰੰਤੇ, ਜੋ ਜਨ ਤੁਮਰੀ ਭਗਤ ਕਰੰਤੇ। ਜੋ ਜਨ ਤੁਮਰੀ ਭਗਤ ਕਰੰਤੇ, ਜੋ ਜਨ ਤੁਮਰੀ ਭਗਤ ਕਰੰਤੇ। ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ। 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 ਜਿਨ੍ਹਾਂ ਜਿਨ੍ਹਾਂ ਨੇ ਜਪਿਆ ਪ੍ਰਭੂ ਨੂੰ, ਜਿਨ੍ਹਾਂ ਨੇ ਭਗਤੀ ਕੀਤੀ, ਵਾਹਿਗੁਰੂ ਨੇ ਉਹਨਾਂ ਦੇ ਕਾਰਜ ਸਵਾਰ ਦਿੱਤੇ। ਭਗਤ ਕਬੀਰ ਸਾਹਿਬ ਜੀ ਨੇ ਜਪਿਆ
ਤੇ ਭਗਤ ਕਬੀਰ ਸਾਹਿਬ ਜੀ ਦਾ ਐਸਾ ਪ੍ਰੇਮ ਪ੍ਰਭੂ ਦੇ ਨਾਲ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਲੋਕ ਕਹਿੰਦੇ ਸੀ ਨੀਵੀਂ ਕੁਲ ਵਾਲਾ ਹੈ, ਕਬੀਰ ਜੁਲਾਇਆ ਹੈ। ਪੰਚਮ ਪਾਤਸ਼ਾਹ ਨੇ ਆਖਿਆ ਉਹ ਗੁਣਾਂ ਦਾ ਸਾਗਰ ਹੈ ਭਗਤ ਕਬੀਰ ਸਾਹਿਬ। ਪ੍ਰਭੂ ਦੀ ਭਗਤੀ ਕੀਤੀ ਤੇ ਸੁਭਾਵਕ ਹੀ ਹੈ, ਸੰਸਾਰ ਦੇ ਵਿੱਚ ਦੋਵੇਂ ਲਹਿਰਾਂ ਬਰਾਬਰ ਚੱਲਦੀਆਂ, ਦੋਵੇਂ ਲਹਿਰਾਂ, ਸੱਚ ਦੀ ਲਹਿਰ ਵੀ ਬਰਾਬਰ ਚੱਲਦੀ ਹੈ ਤੇ ਝੂਠ ਦੀ ਵੀ ਨਾਲ ਬਰਾਬਰ ਹੀ ਚੱਲਦੀ ਹੈ। ਜਪਣ ਵਾਲਿਆਂ ਦੀ ਵੀ ਬਰਾਬਰ ਚੱਲਦੀ ਹੈ ਤੇ ਜਪਣ ਵਾਲਿਆਂ ਦੇ ਨਾਲ ਈਰਖਾ ਕਰਨ ਵਾਲਿਆਂ ਦੀ ਵੀ ਲਹਿਰ ਬਰਾਬਰ ਹੀ ਚੱਲਦੀ ਹੈ। ਇਹ ਅੱਜ ਹੀ ਨਹੀਂ, ਇਹ ਜਿਉਂ ਸ੍ਰਿਸ਼ਟੀ ਪੈਦਾ ਹੋਈ ਉਦੋਂ ਤੋਂ ਲੈ ਕੇ ਬਰਾਬਰ ਹੀ ਚੱਲਿਆ ਆਉਂਦਾ ਹੈ। ਹੋਰਨਾਂ ਨੇ ਤਾਂ ਈਰਖਾ ਕਰਨੀ ਹੈ, ਘਰ ਵਾਲੇ ਵੀ ਕਰਨ ਲੱਗ ਪੈਂਦੇ ਕਈ ਵਾਰੀ। ਇਹ ਇੱਕ ਘਰ ਦੀ ਗੱਲ ਨਹੀਂ, ਬਰਾਬਰ ਚੱਲਿਆ ਆਉਂਦਾ ਹੈ। ਭਗਤ ਪ੍ਰਹਿਲਾਦ ਜੇ ਭਗਤੀ ਕਰਦਾ ਹੈ ਤੇ ਪਿਤਾ ਹਰਨਾਕਸ਼ ਰੋਕਦਾ ਹੈ। ਕੱਲਾ ਰੋਕਦਾ ਹੀ ਨਹੀਂ, ਉਹ ਕਹਿੰਦਾ ਮੇਰੀ ਭਗਤੀ ਕਰ, ਮੇਰੀ ਆਰਾਧਨਾ ਕਰ, ਤੇ ਨਹੀਂ ਤੇ ਮਾਰ ਦੇਵਾਂਗਾ। ਭੁੱਖਾ ਰੱਖਿਆ ਪ੍ਰਹਿਲਾਦ ਨੂੰ, ਅੰਦਰ ਦੇ ਕੇ ਬਾਹਰੋਂ ਜਿੰਦਰਾ ਲਾਤਾ ਸੀ ਹਰਨਾਕਸ਼ ਨੇ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਪਰ ਉਹ ਨਹੀਂ ਡਰਿਆ। ਪਾਣੀ 'ਚ ਡੋਬਣ ਦਾ ਯਤਨ ਕੀਤਾ ਭਗਤ ਪ੍ਰਹਿਲਾਦ ਨੂੰ, ਅੱਗ 'ਚ ਸਾੜਨ ਦਾ ਯਤਨ ਕੀਤਾ, ਦਰਖਤ ਤੋਂ ਹੇਠਾਂ ਸੁੱਟਿਆ, ਪਹਾੜ ਤੋਂ ਹੇਠਾਂ ਸੁੱਟਿਆ, ਪਰ ਵਾਹਿਗੁਰੂ ਜੀ ਨੇ ਰੱਖਿਆ ਕੀਤੀ। ਭਗਤ ਕਬੀਰ ਸਾਹਿਬ ਜੀ ਭਗਤੀ ਕਰਦੇ ਆ ਤੇ ਈਰਖਾਲੂ ਈਰਖਾ ਕਰਦੇ ਆ। ਉਹ ਕਹਿੰਦੇ ਵੀ ਕਬੀਰ ਸਾਹਿਬ ਦੀ ਤੇ ਮਹਿਮਾ ਰੋਜ਼ ਰੋਜ਼ ਵੱਧਦੀ ਜਾਂਦੀ ਹੈ, ਵਡਿਆਈ ਹੁੰਦੀ ਹੈ ਰੋਜ਼। ਈਰਖਾਲੂਆਂ ਨੇ ਕੀ ਕੀਤਾ ਵੀ ਆਪਣੇ ਆਪ ਹੀ ਵੀ ਭਗਤ ਕਬੀਰ ਸਾਹਿਬ ਨੂੰ ਨੀਵਾਂ ਵਿਖਾਈਏ ਕਿਸੇ ਤਰੀਕੇ ਦੇ ਨਾਲ। ਸਾਧੂਆਂ ਦੀਆਂ ਮੰਡਲੀਆਂ ਨੂੰ ਚਿੱਠੀਆਂ ਲਿਖ ਦਿੱਤੀਆਂ, ਪੱਤਰਕਾਂ ਲਿਖ ਦਿੱਤੀਆਂ। ਉਹਦੇ 'ਚ ਲਿਖਿਆ ਕਬੀਰ ਸਾਹਿਬ ਦਾ ਨਾਮ ਪਾ ਕੇ ਵੀ ਕਬੀਰ ਸਾਹਿਬ ਨੇ ਕਾਂਸ਼ੀ ਦੇ ਵਿੱਚ ਆਪਣੇ ਘਰ ਦੇ ਵਿੱਚ ਭੰਡਾਰਾ ਕਰਨਾ ਬੜਾ ਵੱਡਾ, ਬਹੁਤ ਵੱਡਾ ਲੰਗਰ ਲਾਉਣਾ, ਤੇ ਸਾਰੇ ਸਾਧੂਆਂ ਦੀਆਂ ਮੰਡਲੀਆਂ ਨੂੰ ਸੱਦਾ ਪੱਤਰ ਦਿੱਤਾ ਹੈ ਵੀ ਤੁਸੀਂ ਜ਼ਰੂਰ ਆਓ। ਹੁਣ ਕਬੀਰ ਸਾਹਿਬ ਜੀ ਦਾ ਤੇ ਘਰ ਦਾ ਗੁਜ਼ਾਰਾ ਵੀ ਮਸਾਂ ਚੱਲਦਾ ਸੀ। ਘਰੇ ਵੀ ਪ੍ਰਸ਼ਾਦਾ ਪਕਾਉਣ ਨੂੰ ਕਿਸੇ ਵੇਲੇ ਆਟਾ ਸਮਾਪਤ ਹੋ ਜਾਂਦਾ ਸੀ। ਉਹਨਾਂ ਤੇ ਸੋਚਿਆ ਵਿਚਾਰਿਆ ਵੀ ਨਹੀਂ ਸੀ ਭੰਡਾਰਾ ਕਰਨ ਵਾਸਤੇ। ਪਰ ਈਰਖਾਲੂਆਂ ਨੇ ਆਖਿਆ ਵੀ ਜਦੋਂ ਸਾਧੂਆਂ ਦੀਆਂ ਮੰਡਲੀਆਂ ਕਬੀਰ ਸਾਹਿਬ ਦੇ ਘਰੇ ਆਉਣਗੀਆਂ ਤੇ ਨਿਰਾਸ਼ ਹੋ ਕਰਕੇ ਮੁੜ ਕੇ ਜਾਣਗੀਆਂ ਤੇ ਕਬੀਰ ਦੀ ਬੇਇੱਜ਼ਤੀ ਹੋਵੇਗੀ, ਨਿੰਦਿਆ ਹੋਵੇਗੀ। ਸਾਰੇ ਨਿੰਦਿਆ ਕਰਨਗੇ ਵੀ ਪਹਿਲਾਂ ਸਾਨੂੰ ਸੱਦਿਆ ਤੇ ਹੁਣ ਘਰ ਵਿੱਚ ਤਾਂ ਇਹਦੇ ਕੁਝ ਹੈਗਾ ਹੀ ਨਹੀਂ ਸੀ ਛਕਾਉਣ ਵਾਸਤੇ, ਖਾਲੀ ਮੁੜੇ ਜਾਂਦੇ। ਉਹ ਹਰਿਦੁਆਰ ਤੇ ਹੋਰ ਥਾਵਾਂ ਦੇ ਉੱਤੇ ਸਾਧੂਆਂ ਦੀਆਂ ਮੰਡਲੀਆਂ ਨੂੰ ਜਦੋਂ ਚਿੱਠੀਆਂ ਗਈਆਂ, ਈਰਖਾਲੂਆਂ ਨੇ ਭੇਜੀਆਂ ਸੀ, ਨਾਮ ਕਬੀਰ ਸਾਹਿਬ ਦਾ ਲਿਖ ਦਿੱਤਾ। ਉਹ ਸਾਧੂਆਂ ਦੀਆਂ ਮੰਡਲੀਆਂ ਤੁਰੀਆਂ ਆਉਣ, ਜਥਿਆਂ ਦੇ ਜਥੇ ਤੁਰੇ ਆਉਣ। ਕਬੀਰ ਸਾਹਿਬ ਪਿੰਡ ਤੋਂ ਬਾਹਰ-ਵਾਰ ਸੀ ਤੇ ਇੱਕ ਸਾਧੂਆਂ ਦੀ ਮੰਡਲੀ ਦੇ ਨਾਲ ਮੇਲ ਹੋਇਆ। ਸੁਭਾਵਿਕ ਹੀ ਪੁੱਛਿਆ, ਕਹਿੰਦੇ ਜੀ ਇਹ ਸਾਧੂ ਕਿੱਥੇ ਜਾ ਰਹੇ? ਆਪਸ ਵਿੱਚ ਜਾਣ ਪਛਾਣ ਨਹੀਂ ਸੀ ਪਹਿਲੀ ਵਾਰੀ। ਕਹਿੰਦੇ ਵੀ ਸਾਨੂੰ ਇੱਥੋਂ ਸੱਦਾ ਪੱਤਰ ਗਿਆ ਵਾ, ਇੱਥੋਂ ਦੇ ਕਬੀਰ ਸਾਹਿਬ ਆ ਕੋਈ, ਤੇ ਉਹਨਾਂ ਨੇ ਜੱਗ ਕਰਨਾ, ਭੰਡਾਰਾ ਕਰਨਾ, ਉਹਨਾਂ ਦੇ ਘਰੇ ਜਾ ਰਹੇ ਆ ਭੰਡਾਰਾ ਛਕਣ ਵਾਸਤੇ। ਭਗਤ ਜੀ ਨੇ ਸੋਚਿਆ ਵਿਚਾਰਿਆ ਵੀ ਇਹ ਮੇਰੇ ਘਰੇ ਜਾ ਰਹੇ ਆ ਭੰਡਾਰਾ ਛਕਣ ਵਾਸਤੇ। ਨਗਰ ਤੋਂ ਬਾਹਰ-ਵਾਰ ਜਾ ਕਰਕੇ ਜਿੱਥੇ ਉਜਾੜ ਹੈ, ਝਾੜੀਆਂ, ਉਹਦੇ ਵਿੱਚ ਚੌਂਕੜਾ ਲਾ ਲਿਆ ਤੇ ਅਰਦਾਸ ਕੀਤੀ ਕਿ ਹੇ ਰਾਮ, ਹੇ ਪਰਮੇਸ਼ਰ ਪਰਿਪੂਰਨ ਪਰਮਾਤਮਾ, ਮੈਂ ਤਾਂ ਕੋਈ ਭੰਡਾਰਾ ਕਰਨ ਜੋਗਾ ਹੀ ਨਹੀਂ। ਪਤਾ ਨਹੀਂ ਇਹ ਕਿਹੜੇ ਈਰਖਾਲੂ ਨੇ ਈਰਖਾ ਕਰਕੇ ਤੇ ਮੇਰੇ ਘਰੇ ਸਾਧੂਆਂ ਨੂੰ ਭੇਜ ਦਿੱਤਾ। ਤਾਂ ਉੱਥੇ ਚੌਂਕੜਾ ਲਾ ਕੇ ਬਹਿ ਗਏ ਤੇ ਪ੍ਰਭੂ ਭਗਤੀ 'ਚ ਲੀਨ ਹੋ ਗਏ। ਇੱਧਰ ਜਿਉਂ ਸਾਧੂਆਂ ਦੀਆਂ ਮੰਡਲੀਆਂ ਆਈਆਂ ਤੇ ਭਗਤ ਕਬੀਰ ਸਾਹਿਬ ਦਾ ਘਰ ਭਰ ਗਿਆ। ਇੰਨੇ ਸਾਧੂ ਸੰਤ ਆਏ, ਜਥਿਆਂ ਦੇ ਜਥੇ। ਫਿਰ ਲਿਖਿਆ ਇਤਿਹਾਸ ਵਿੱਚ ਭਗਤ ਜੀ ਦੇ ਜੀਵਨ ਵਿੱਚ ਵੀ ਪਰਮੇਸ਼ਰ ਨੇ ਆਪ ਕਬੀਰ ਸਾਹਿਬ ਜੀ ਦਾ ਰੂਪ ਧਾਰਨ ਕੀਤਾ ਤੇ ਭਗਤ ਕਬੀਰ ਸਾਹਿਬ ਦੇ ਘਰੇ ਆਏ।
ਆਪ। ਤੇ ਭਗਤ ਕਬੀਰ ਸਾਹਿਬ ਜੀ ਦੇ ਧਰਮ ਪਤਨੀ ਮਾਈ ਲੋਈ ਨੂੰ ਕਹਿਣ ਲੱਗੇ ਵੀ ਪੰਗਤਾਂ ਲਵਾਈਏ ਸਾਧੂਆਂ ਦੀਆਂ। ਪੰਗਤਾਂ ਲਵਾ ਦਿੱਤੀਆਂ ਗਈਆਂ। ਕਹਿੰਦੇ ਹੁਣ ਹੱਥ ਸੁੱਚੇ ਕਰਾਈਏ। ਜਲ ਆ ਹੈ ਉਹ ਪਰਮੇਸ਼ਰ ਸਰੂਪ ਵਾਹਿਗੁਰੂ ਜੀ ਨੇ ਆਪ ਕਬੀਰ ਸਾਹਿਬ ਦਾ ਰੂਪ ਧਾਰਨ ਕੀਤਾ। ਸਾਧੂਆਂ ਦੀ ਮੰਡਲੀਆਂ ਦੇ ਜਲ ਵਰਤਾਏ, ਹੱਥ ਸੁੱਚੇ ਕਰਾਏ। ਫਿਰ ਅੰਦਰੋਂ ਹੀ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ, ਤਰ੍ਹਾਂ ਤਰ੍ਹਾਂ ਦੇ ਪਕਵਾਨ ਉਹ ਪ੍ਰਗਟ ਕਰਕੇ ਤੇ ਸਾਰੀਆਂ ਮੰਡਲੀਆਂ ਨੂੰ ਛਕਾ ਦਿੱਤੇ। ਫਿਰ ਜਲ ਵਰਤਾਇਆ, ਫਿਰ ਬਸਤਰ ਦਿੱਤੇ, ਮਾਇਆ ਵੀ ਨਾਲ ਦਿੱਤੀ। ਤੇ ਬੜੇ ਉਤਸ਼ਾਹ ਦੇ ਨਾਲ, ਬਹੁਤ ਸਤਿਕਾਰ ਦੇ ਨਾਲ ਸਾਰਿਆਂ ਨੂੰ ਤੋਰਿਆ। ਹੁਣ ਤੁਰੀਆਂ ਜਾ ਰਹੀਆਂ ਸਾਧੂਆਂ ਦੀਆਂ ਮੰਡਲੀਆਂ ਉਸੇ ਰਸਤੇ ਥਾਣੀ ਜਿੱਥੇ ਝਾੜੀਆਂ 'ਚ ਕਬੀਰ ਸਾਹਿਬ ਜੀ ਚੌਂਕੜਾ ਲਾ ਕੇ ਬੈਠੇ ਅਰਾਧਨਾ ਕਰ ਰਹੇ ਹਨ, ਨਾਮ ਜਪ ਰਹੇ। ਤੇ ਤੁਰੇ ਜਾ ਰਹੇ ਆ ਸਾਧੂ ਤੇ ਕਹਿੰਦੇ ਜਾਂਦੇ ਆ ਵੀ ਧੰਨ ਭਗਤ ਕਬੀਰ ਸਾਹਿਬ ਜੀ, ਧੰਨ ਭਗਤ ਕਬੀਰ ਸਾਹਿਬ ਜੀ, ਧੰਨ ਵੀ ਕਬੀਰ। ਕਹਿੰਦੇ ਭੰਡਾਰੇ ਤੇ ਬੜੇ ਛਕੇ, ਪਰ ਇਸ ਤਰ੍ਹਾਂ ਦਾ ਭੰਡਾਰਾ ਨਹੀਂ ਕਦੀ ਕਿਸੇ ਨੇ ਛਕਾਇਆ। ਇੰਨੇ ਤਰ੍ਹਾਂ ਦੇ ਪਦਾਰਥ, ਇੰਨੇ ਮਾਇਆ ਵੀ ਦਿੱਤੀ ਹੈ, ਬਸਤਰ ਵੀ ਦਿੱਤੇ ਆ, ਸਭ ਕੁਝ। ਬਈ ਕਬੀਰ ਸਾਹਿਬ ਨੇ ਤਾਂ ਕਮਾਲ ਹੀ ਕਰ ਦਿੱਤੀ। ਧੰਨ ਭਗਤ ਕਬੀਰ ਸਾਹਿਬ। ਝਾੜੀਆਂ 'ਚ ਬੈਠਿਆਂ ਆ ਸੁਣਿਆ ਵੀ ਮੈਂ ਇੱਥੇ ਬੈਠਾ, ਲੋਕ ਧੰਨ ਕਬੀਰ ਕਰੀ ਜਾਂਦੇ ਆ। ਇਹ ਗੱਲ ਕੀ ਆ? ਜਿਸ ਵੇਲੇ ਫਿਰ ਉੱਠ ਕੇ ਘਰੇ ਗਏ ਨਾ, ਉਹ ਪਰਮੇਸ਼ਰ ਆਪਣਾ ਕਾਰਜ ਕਰਕੇ, ਤੇ ਉਹ ਤਾਂ ਸਾਰੇ ਥਾਵਾਂ 'ਤੇ ਵਿਆਪਕ ਆ, ਕਿੱਥੋਂ ਆਉਣਾ ਤੇ ਕਿੱਥੇ ਜਾਣਾ। ਫਿਰ ਆਪਣੇ ਉਸੇ ਸਰਬ ਵਿਆਪਕ ਸਰੂਪ 'ਚ ਲੀਨ ਹੋ ਗਏ। ਕਬੀਰ ਸਾਹਿਬ ਜੀ ਘਰੇ ਗਏ ਤੇ ਮਾਈ ਲੋਈ ਉਹਨਾਂ ਨਾਲ ਜਾ ਕੇ ਜਦੋਂ ਮੇਲ ਮਿਲਾਪ ਹੋਇਆ, ਉਹ ਕਹਿਣ ਲੱਗੇ ਵੀ ਭਗਤ ਜੀ ਏਡਾ ਵੱਡਾ ਭੰਡਾਰਾ ਕਰਨਾ ਸੀ, ਤੁਸੀਂ ਇੰਨੇ ਪਦਾਰਥ ਘਰੇ ਲਿਆ ਕੇ ਰੱਖੇ ਹੋਏ ਸੀ ਆ ਕਮਰੇ ਦੇ ਵਿੱਚ, ਤਾਂ ਮੈਨੂੰ ਦੱਸਿਆ ਹੀ ਨਹੀਂ, ਨਾ ਪਤਾ ਹੀ ਲੱਗਣ ਦਿੱਤਾ ਤੁਸੀਂ। ਭਗਤ ਜੀ ਹੈਰਾਨ ਹੋਏ। ਕਹਿੰਦੇ ਕੀ? ਕਹਿੰਦੇ ਵੀ ਇੰਨੇ ਪਦਾਰਥ ਛਕਾਏ, ਇੰਨੇ ਸਾਧੂਆਂ ਦੀ ਮੰਡਲੀ ਨੂੰ ਇੰਨਾ ਤੁਸੀਂ ਮਾਣ ਸਨਮਾਨ ਕੀਤਾ, ਏਡਾ ਵੱਡਾ ਕਾਰਜ ਕੀਤਾ। ਉੱਥੇ ਫਿਰ ਸ਼ਲੋਕ ਉਚਾਰਨ ਕੀਤਾ ਭਗਤ ਜੀ ਨੇ, ਕਬੀਰ ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਆਪਣੀ ਪਤਨੀ ਮਾਤਾ ਲੋਈ ਨੂੰ ਕਹਿੰਦੇ ਆ, ਕਹਿੰਦੇ ਨਾ ਮੈਂ ਕੁਝ ਕੀਤਾ, ਨਾ ਮੈਂ ਕੁਝ ਕਰ ਸਕਦਾ ਵਾਂ, ਨਾ ਮੇਰੇ ਸਰੀਰ ਵਿੱਚ ਸਮਰੱਥਾ ਹੀ ਆ ਕਰਨ ਦੀ। ਇਹ ਜੋ ਕੁਝ ਕੀਤਾ ਉਹ ਸਰਬ ਵਿਆਪਕ ਰਾਮ ਨੇ ਕੀਤਾ। ਜੋ ਕੁਝ ਕੀਤਾ ਹਰੀ ਨੇ ਕੀਤਾ ਵਾ। ਕਰ ਦਿੱਤਾ ਸਾਰਾ ਕੁਝ ਉਹਨੇ, ਤੇ ਮੇਰੀ ਧੰਨ ਧੰਨ ਕਰਵਾ ਦਿੱਤੀ। ਜੋ ਕੁਛ ਕੀਤਾ ਉਹ ਪਰਮੇਸ਼ਰ ਨੇ ਕੀਤਾ। ਭਇਓ ਕਬੀਰ ਕਬੀਰ, ਲੋਕ ਧੰਨ ਕਬੀਰ ਕਹੀ ਜਾ ਰਹੇ। ਕਹਿੰਦੇ ਕਰਨ ਕਰਾਉਣ ਵਾਲਾ ਤੇ ਉਹ ਵਾਹਿਗੁਰੂ ਆਪ ਹੀ ਆ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਵੀ ਜਿਹੜੇ ਪਰਮੇਸ਼ਰ ਦੇ ਪਿਆਰੇ ਉਸ ਵਾਹਿਗੁਰੂ ਜੀ ਦਾ ਨਾਮ ਜਪਦੇ ਆ, ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦੇ ਆ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਜੱਗ ਸੰਪੂਰਨ ਕੀਤਾ, ਭਗਤ ਕਬੀਰ ਸਾਹਿਬ ਜੀ ਦੀ ਜੈ ਜੈਕਾਰ ਕਰਵਾਈ। ਜਿਹੜੇ ਈਰਖਾ ਕਰਨ ਵਾਲਿਆਂ ਨੇ ਚਿੱਠੀਆਂ ਲਿਖੀਆਂ ਸੀ ਵੀ ਕਬੀਰ ਸਾਹਿਬ ਦੀ ਬੇਇੱਜ਼ਤੀ ਹੋਵੇਗੀ, ਨਿੰਦਿਆ ਹੋਵੇਗੀ, ਉਹ ਵੀ ਹੈਰਾਨ ਹੋ ਗਏ ਵੀ ਕਬੀਰ, ਅਸੀਂ ਤੇ ਇਹ ਸੋਚਿਆ ਸੀ ਤੇ ਕਬੀਰ ਸਾਹਿਬ ਜੀ ਨੇ ਕਿੱਡਾ ਵੱਡਾ ਭੰਡਾਰਾ ਕਰ ਦਿੱਤਾ। ਉਹਨਾਂ ਦੀ ਜੈ ਜੈਕਾਰ ਹੋ ਗਈ। ਤਾਂ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣ ਵਾਲਿਆਂ ਦੇ ਸਾਰੇ ਕਾਰਜ ਉਹ ਮਾਲਕ ਆਪ ਸਵਾਰ ਦਿੰਦੇ ਹਨ। ਜਿਸ ਕੈ ਮਸਤਕ ਹਾਥ ਗੁਰ ਧਰੈ, ਜਿਸ ਦੇ ਮਸਤਕ ਮੱਥੇ ਦੇ ਉੱਤੇ ਗੁਰੂ ਸਾਹਿਬ ਜੀ ਆਪਣਾ ਹੱਥ ਰੱਖ ਦਿੰਦੇ ਹਨ, ਆਪਣਾ ਬਖਸ਼ਿਸ਼ ਭਰਿਆ ਹੱਥ ਰੱਖ ਦਿੰਦੇ ਜਿਸ ਦੇ ਮੱਥੇ ਦੇ ਉੱਤੇ, ਜਿਸ ਦੇ ਅੰਤਸ਼ਕਰਨ ਰੂਪੀ ਮਸਤਕ ਦੇ ਉੱਤੇ ਵੀ। ਸੋ ਦਾਸ ਆਦੇਸਾ ਕਾਈ ਕਰੈ। ਮਹਾਰਾਜ ਕਹਿੰਦੇ ਉਹ ਭਾਈ ਦਾਸ ਬਣਦਾ ਹੈ ਫਿਰ ਗੁਰੂ ਸਾਹਿਬ ਜੀ ਦਾ। ਤੇ ਉਹ ਦਾਸ ਕਾਹਦੇ ਵਾਸਤੇ ਕੋਈ ਆਦੇਸ਼ਾ ਕਰੇ, ਕਿਉਂ ਕੋਈ ਸੰਸਾ ਕਰੇ, ਕੋਈ ਸ਼ੱਕ ਸ਼ੁਬਾ ਉਹਨੇ ਕਿਉਂ ਕਰਨਾ? ਜਿਹਦੇ ਮੱਥੇ ਉੱਤੇ ਗੁਰੂ ਸਾਹਿਬ ਆਪਣਾ ਹੱਥ ਰੱਖ ਦਿੰਦੇ ਨਾ, ਉਹਦੇ ਤੇ ਸਾਰੀਆਂ ਬਖਸ਼ਿਸ਼ਾਂ ਮਹਾਰਾਜ ਵਰਤਾ ਦਿੰਦੇ ਹਨ। ਜਨਮ ਮਰਨ ਕੀ ਤੂੰ ਕੀਆ,
ਕਾਣ। ਉਸ ਦਾਸ ਦੀ ਜੰਮਣ ਦੀ ਤੇ ਮਰਨ ਦੀ ਕਾਣ ਕਨੋੜ ਚੁੱਕੀ ਜਾਂਦੀ ਹੈ, ਨਿਵਰਤ ਹੋ ਜਾਂਦੀ ਹੈ। ਨਾ ਉਹਨੂੰ ਕੋਈ ਜਨਮ ਦੀ ਕਾਣ ਕਨੋੜ ਹੈ, ਨਾ ਕੋਈ ਮਰਨ ਦਾ ਹੀ ਕੋਈ ਡਰ ਭੈ ਹੈ। ਸਾਰੀ ਭਾਈ ਜਨਮ ਮਰਨ ਦੀ ਉਹਦੀ ਕਾਣ ਚੁੱਕੀ ਜਾਂਦੀ ਹੈ। ਪੂਰੇ ਗੁਰ ਉਪਰ ਕੁਰਬਾਨ। ਇਸ ਕਰਕੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਪੂਰੇ ਗੁਰੂ ਸਾਹਿਬ ਜੀ ਤੋਂ ਭਾਈ ਕੁਰਬਾਨ ਜਾਈਏ, ਸਦਕੇ ਜਾਈਏ ਪੂਰੇ ਗੁਰੂ ਸਾਹਿਬ ਜੀ ਤੋਂ। ਜਿਹੜੀ ਦਾਤ ਪੂਰੇ ਗੁਰੂ ਸਾਹਿਬ ਜੀ ਦੇ ਦਰ ਤੋਂ ਮਿਲਣੀ ਹੈ ਉਹ ਅਧੂਰਿਆਂ ਕੋਲੋਂ ਨਹੀਂ ਮਿਲਣੀ, ਉਹ ਕੱਚਿਆਂ ਪਿੱਲਿਆਂ ਤੋਂ ਨਹੀਂ ਮਿਲਣੀ। ਗੁਰੂ ਸਾਹਿਬ ਦੀ ਰੀਸ ਤਾਂ ਥੋੜ੍ਹੀ ਬਹੁਤੀ ਭਾਵੇਂ ਉਹ ਕਰ ਲੈਣ, ਵਿਖਾਵਾ ਜਿਹਾ ਕਰ ਲੈਣ, ਥੋੜ੍ਹੇ ਸਮੇਂ ਵਾਸਤੇ ਚੱਲਦਾ ਉਹ ਵੀ, ਜ਼ਿਆਦਾ ਸਮੇਂ ਵਾਸਤੇ ਨਹੀਂ ਚੱਲਦਾ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਫਰਮਾਇਆ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਜਿਹੜੇ ਕੱਚੇ ਪਿੱਲੇ ਆ ਉਹ ਰੀਸ ਕਰਦੇ, ਕਈ ਵਾਰੀ ਸਤਿਗੁਰੂ ਜੀ ਵਾਂਗੂ ਬੋਲਣ ਵੀ ਲੱਗ ਪੈਂਦੇ, ਪਰ ਉਹ ਜ਼ਿਆਦਾ ਚਿਰ ਨਹੀਂ, ਕਿਉਂਕਿ ਰੀਸ ਕਰਦੇ, ਰੀਸ ਜ਼ਿਆਦਾ ਚਿਰ ਨਹੀਂ ਚੱਲਦੀ ਹੁੰਦੀ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ। ਮਾਰੇ ਕਹਿੰਦੇ ਝੂਠੇ ਆ ਨਾ, ਕੱਚੇ, ਇਸ ਕਰਕੇ ਉਹਨਾਂ ਦਾ ਝੂਠ ਜ਼ਿਆਦਾ ਚਿਰ ਨਹੀਂ ਚੱਲਦਾ, ਉਹ ਝੜ ਜਾਂਦੇ ਹੁੰਦੇ। ਜਿਹੜੀ ਦਾਤ ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਣੀ ਆ ਉਹ ਅਧੂਰੇ ਕੋਲੋਂ ਨਹੀਂ ਮਿਲ ਸਕਦੀ। ਜਗਤ ਗੁਰੂ ਜੀ ਦਾ ਬਚਨ ਹੈ, ਮੁਕਤੀ ਕਲਿਆਣ ਪੂਰਾ ਗੁਰੂ ਸਾਹਿਬ ਹੀ ਦਿੰਦੇ ਆ, ਕੱਚਾ ਨਹੀਂ ਦੇ ਸਕਦਾ। ਕਾਚੇ ਗੁਰ ਤੇ ਮੁਕਤ ਨਾ ਹੁਆ। ਮਹਾਰਾਜ ਕਹਿੰਦੇ ਕੱਚੇ ਗੁਰੂ ਤੋਂ ਮੁਕਤੀ ਨਹੀਂ, ਮੁਕਤੀ ਤਾਂ ਪੱਕਾ ਹੀ ਦੇਵੇਗਾ, ਪੂਰਾ ਹੀ ਦੇਵੇਗਾ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਜਿਹੜੀ ਦਾਤ ਪੂਰੇ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੁੰਦੀ ਹੈ ਉਹ ਨਾ ਕਿਸੇ ਦੇਵਤੇ ਪਾਸੋਂ, ਨਾ ਕਿਸੇ ਦੇਵੀ ਪਾਸੋਂ, ਨਾ ਕੋਈ ਚੜ੍ਹਦਿਓ ਨਾ ਲੈਂਦਿਓ, ਕਿਤੇ ਵੀ ਖੰਡਾਂ ਬ੍ਰਹਿਮੰਡਾਂ ਵਿੱਚ ਭੱਜ ਦੌੜ ਕਰ ਲਵੇ ਨਾ, ਕਿਤੋਂ ਵੀ ਨਹੀਂ ਮਿਲਦੀ ਉਹ ਦਾਤ। ਕੁਝ ਉਦਾਹਰਨਾਂ ਦਿੱਤੀਆਂ ਭਾਈ ਸਾਹਿਬ ਜੀ ਨੇ। ਕਹਿੰਦੇ ਅੰਬ ਖਾਣ ਦੀ ਇੱਛਾ ਹੋਵੇ ਤੇ ਇਮਲੀ ਖਾ ਕੇ ਨਹੀਂ ਪੂਰੀ ਹੁੰਦੀ। ਇਮਲੀ ਆਪਣੇ ਥਾਂ ਤੇ ਹੈ, ਅੰਬ ਦਾ ਸਵਾਦ ਆਪਣੇ ਥਾਂ ਤੇ ਹੈ। ਆਂਬ ਕੀ ਸਦਰ ਕਤ ਮਿਟ ਆਂਬਲੀ ਖਾਏ। ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ। ਕਹਿੰਦੇ ਪਿਤਾ ਆਪਣੇ ਥਾਂ ਤੇ ਹੀ ਹੁੰਦਾ ਹੈ ਤੇ ਆਂਢੀ ਗੁਆਂਢੀ ਆਪਣੇ ਥਾਂ ਤੇ ਹੀ ਹੁੰਦੇ ਆ। ਪਿਤਾ ਵਾਲਾ ਪਿਆਰ ਕਿਸੇ ਪੜੋਸੀ ਤੋਂ ਨਹੀਂ ਮਿਲਦਾ। ਠੀਕ ਆ, ਪਿਆਰ ਕਰਨ ਵਾਲੇ ਬਹੁਤ ਹੋਣਗੇ, ਪਰ ਆਪਣੇ ਪਿਤਾ ਦਾ ਪਿਆਰ ਆਪਣੇ ਪਿਤਾ ਕੋਲੋਂ ਹੀ ਮਿਲਦਾ ਵਾ। ਚਾਚੇ ਤਾਏ ਵੀ ਆਪਣੇ ਥਾਂ ਤੇ ਹੁੰਦੇ ਆ। ਕਈ ਵਾਰੀ ਕਹਿ ਤੇ ਦਿੱਤਾ ਜਾਂਦਾ ਹੈ ਵੀ ਇਹ ਚਾਚੇ ਤਾਏ ਇਹ ਪਿਤਾ ਦੇ ਬਰਾਬਰ ਹੀ ਆ, ਪਰ ਪਿਤਾ ਪਿਤਾ ਹੀ ਹੁੰਦਾ ਹੈ। ਭਾਈ ਸਾਹਿਬ ਨੇ ਆਖਿਆ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈ ਹੈ। ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸੈ। ਕਹਿੰਦੇ ਵੀ ਸਮੁੰਦਰ ਦਾ ਖਜ਼ਾਨਾ ਛੱਪੜ ਦੇ ਵਿੱਚੋਂ ਨਹੀਂ ਮਿਲਦਾ। ਛੱਪੜ ਛੱਪੜ ਹੀ ਹੁੰਦਾ ਤੇ ਸਮੁੰਦਰ ਸਮੁੰਦਰ ਹੀ ਹੁੰਦਾ ਵਾ। ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸੈ, ਦਿਨ ਕਰ ਸਰਦੀਪ ਜੋਤ ਨਾ ਪੁਜਾਈਐ। ਦਿਨ ਕਰ ਕਹਿੰਦੇ ਸੂਰਜ ਨੂੰ, ਕਹਿੰਦੇ ਸੂਰਜ ਦੇ ਪ੍ਰਕਾਸ਼ ਦੇ ਬਰਾਬਰ ਦੀਵੇ ਦਾ ਚਾਨਣਾ ਨਹੀਂ ਪਹੁੰਚ ਸਕਦਾ। ਇੱਕ ਦੀਵੇ ਦਾ ਤੇ ਪਹੁੰਚਣਾ ਕੀ, ਲੱਖਾਂ ਦੀਵੇ ਇਕੱਠੇ ਵੀ ਬਲ ਪੈਣ ਤਾਂ ਵੀ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦੇ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ। ਮੀਂਹ ਦੇ ਪਾਣੀ ਦੇ ਬਰਾਬਰ ਖੂਹ ਦਾ ਪਾਣੀ ਨਹੀਂ ਪਹੁੰਚ ਸਕਦਾ, ਕਿਉਂਕਿ ਖੂਹ ਦਾ ਪਾਣੀ 2-4 ਕਿੱਲਿਆਂ ਤੀਕ ਪਹੁੰਚੇਗਾ ਤੇ ਮੀਂਹ ਜਿਸ ਵੇਲੇ ਪੈਂਦਾ ਉਹ ਤੇ ਟਿੱਬਿਆਂ ਦੇ ਉੱਤੇ ਵੀ ਪੈ ਜਾਂਦਾ ਹੈ। ਮੀਂਹ ਜਦੋਂ ਪੈਂਦਾ ਇੱਕਸਾਰ 4 ਛਫੇਰੇ ਪੈਂਦਾ ਹੈ। ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਚੰਦਨ ਦੀ ਸ੍ਰੇਸ਼ਟ ਸੁਗੰਧੀ ਦੇ ਬਰਾਬਰ ਢੱਕ ਪਲਾ ਨਹੀਂ ਪਹੁੰਚ ਸਕਦੀ, ਕਿਉਂਕਿ ਚੰਦਨ ਦਾ ਬੂਟਾ ਤੇ ਜਿਸ ਜੰਗਲ ਵਿੱਚ ਹੋਵੇ ਉਹ ਸਾਰੇ ਜੰਗਲ ਨੂੰ ਹੀ ਖੁਸ਼ਬੂਦਾਰ ਕਰ ਦਿੰਦਾ ਹੈ। ਚੰਦਨ ਸੁਬਾਸਨਾ ਪਲਾਸ ਮਹਿਕਾਈਐ। ਇੰਨੀਆਂ ਉਦਾਹਰਨਾਂ ਦੇ ਕੇ ਫੇਰ ਆਖਿਆ, ਸ੍ਰੀ ਗੁਰ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ। ਜਿਹੜੀ ਦਇਆ ਜਿਹੜੀ ਬਖਸ਼ਿਸ਼ ਸ੍ਰੀ ਗੁਰੂ ਜੀ ਨੇ ਕਰਨੀ ਆ, ਪੂਰੇ ਗੁਰੂ ਜੀ ਨੇ ਕਰਨੀ ਆ, ਉਹ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ, ਖੰਡਾਂ ਬ੍ਰਹਿਮੰਡਾਂ ਤੱਕ, ਜਿੱਥੋਂ ਤੀਕ ਮਰਜ਼ੀ ਦੌੜਦੇ ਰਹੀਏ, ਹੋਰ ਕਿਸੇ ਪਾਸੋਂ ਨਹੀਂ ਪ੍ਰਾਪਤ ਹੋਣੀ। ਸ੍ਰੀ ਗੁਰ ਦਇਆਲ ਕੀ ਦਇਆ ਨਾ ਆਣ ਦੇਵ ਮੈਂ, ਆਣ ਦੇਵ ਕਹੀਏ ਹੋਰ ਕਿਸੇ ਦੇਵਤੇ ਵਿੱਚ ਨਹੀਂ ਹੈ। ਜੋ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ।
ਤਾਂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਪੂਰੇ ਗੁਰ ਉਪਰ ਕੁਰਬਾਨ, ਪੂਰੇ ਗੁਰੂ ਸਾਹਿਬ ਜੀ ਤਿਉ ਕੁਰਬਾਨ ਜਾਈਏ, ਬਲਿਹਾਰ ਜਾਈਏ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰ ਪਰਮੇਸ਼ਰ ਭੇਟ ਨਿਹਾਲ। ਇਹ ਭਾਈ ਜਿਹੜੇ ਗੁਰੂ ਪਰਮੇਸ਼ਰ ਨੂੰ ਭੇਟ ਮਿਲੇ ਆ ਉਹ ਨਿਹਾਲ ਹੋ ਗਏ। ਹਾਲ ਨਾਮ ਦੁੱਖਾਂ ਦਾ ਹੈ ਸਾਧ ਸੰਗਤ ਜੀ। ਨੰਨਾ ਪਹਿਲੋਂ ਲੱਗਾ ਨਿਹਾਲ, ਉਹ ਦੁੱਖਾਂ ਤੋਂ ਰਹਿਤ ਹੋ ਗਏ। ਜੰਮਣ ਮਰਨ ਦੇ ਦੁੱਖਾਂ ਤੋਂ ਰਹਿਤ ਹੋ ਗਏ, ਅਗਿਆਨ ਦੇ ਦੁੱਖਾਂ ਤੋਂ ਰਹਿਤ ਹੋ ਗਏ, ਅਵਿਦਿਆ ਦੇ ਦੁੱਖ ਤੋਂ ਰਹਿਤ ਹੋ ਗਏ। ਉਹ ਨਿਹਾਲ ਹੋ ਗਏ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਹੜੇ ਗੁਰੂ ਪਰਮੇਸ਼ਰ ਨੂੰ ਮਿਲੇ, ਜਿਨ੍ਹਾਂ ਦਾ ਮਿਲਾਪ ਪੂਰੇ ਸਤਿਗੁਰਾਂ ਦੇ ਨਾਲ ਹੋਇਆ। ਆਸਾ ਦੇ ਵਾਰ ਦੇ ਵਿੱਚ ਆਸਾ ਰਾਗ ਦੇ ਸ਼ੰਤਾਂ 'ਚ ਚੌਥੇ ਪਾਤਸ਼ਾਹ ਨੇ ਫਰਮਾਇਆ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰਨਾਮ ਦ੍ਰਿੜਾਵੇ ਰਾਮ ਰਾਜੇ। ਜਿਨ੍ਹਾਂ ਜੀਵਾਂ ਨੂੰ ਪੂਰਾ ਸਤਿਗੁਰੂ ਮਿਲਿਆ ਉਹਨਾਂ ਨੂੰ ਪੂਰਾ ਸਤਿਗੁਰੂ ਨਾਮ ਦ੍ਰਿੜ ਕਰਾਉਂਦਾ ਹੈ, ਨਾਮ ਦੀ ਪ੍ਰਪੱਕਤਾ ਕਰਾਉਂਦੇ ਹਨ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ। ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਨਾਮ ਧਿਆਵੈ। ਜੋ ਹਰ ਹਰ ਨਾਮ ਧਿਆਏਂਦੇ, ਤਿੰਨ ਜਮ ਨੇੜ ਨਾ ਆਵੇ। ਜਿਹੜਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਨਾਮ ਧਿਆਉਂਦੇ, ਉਹਨਾਂ ਦੇ ਨੇੜੇ ਜਮਦੂਤ ਵੀ ਨਹੀਂ ਆਉਂਦਾ। ਜੋ ਹਰ ਹਰ ਨਾਮ ਧਿਆਏਂਦੇ, ਤਿੰਨ ਜਮ ਨੇੜ ਨਾ ਆਵੇ। ਜਨ ਨਾਨਕ ਕਉ ਹਰ ਕਿਰਪਾ ਕਰ, ਨਿਤ ਜਪੈ ਹਰ ਨਾਮ ਤਰਾਵੇ। ਗੁਰੂ ਪਰਮੇਸ਼ਰ ਨਾਲ ਮਿਲ ਕਰਕੇ ਮਹਾਰਾਜ ਕਹਿੰਦੇ ਜੀਵ ਨਿਹਾਲ ਹੋ ਗਏ। ਸੋ ਦਰਸ਼ਨ ਪਾਏ ਜਿਸ ਹੋਏ ਦਇਆਲ। ਇਹ ਭਾਈ ਪੂਰੇ ਸਤਿਗੁਰੂ ਜੀ ਦਾ ਦਰਸ਼ਨ ਉਹੀ ਪ੍ਰਾਪਤ ਕਰਦਾ ਹੈ ਜਿਸ ਉੱਤੇ ਵਾਹਿਗੁਰੂ ਜੀ ਦਇਆਲੂ ਹੁੰਦੇ ਹਨ। ਜਿਸ ਹੋਏ ਦਇਆਲ, ਉਹ ਦਇਆ ਦਾ ਘਰ ਪਰਮੇਸ਼ਰ ਜਿਸ ਉੱਤੇ ਕਿਰਪਾ ਕਰਦੇ ਆ, ਰਹਿਮਤ ਕਰਦੇ, ਉਹੀ ਜੀਵ ਪੂਰੇ ਸਤਿਗੁਰੂ ਜੀ ਦੇ ਦਰਸ਼ਨ ਕਰਦਾ, ਪੂਰੇ ਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ। ਪਾਰ ਬ੍ਰਹਮ ਜਿਸ ਕਿਰਪਾ ਕਰੈ। ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਸਰਬ ਵਿਆਪਕ, ਪਾਪਾਂ ਪੁੰਨਾਂ ਤੋਂ ਪਰੇ, ਜਿਸ ਜੀਵ ਦੇ ਉੱਤੇ ਕਿਰਪਾ ਕਰਦੇ ਹਨ। ਸਾਧ ਸੰਗ ਸੋ ਭਵ ਜਲ ਤਰੈ। ਉਹ ਜੀਵ ਸਾਧ ਸੰਗਤ ਕਰਦਾ ਹੈ, ਉਹ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ, ਸਾਧ ਸੰਗਤ ਵਿੱਚ ਮਿਲਦਾ ਹੈ, ਤੇ ਸਾਧ ਸੰਗਤ ਕਰਕੇ ਸੋ ਭਵਜਲ ਤਰੈ। ਉਹ ਸੰਸਾਰ ਭਵਜਲ ਤੋਂ ਤਰ ਜਾਂਦਾ ਹੈ। ਉਸ ਨੂੰ ਤਰਨ ਵਾਸਤੇ ਨਾਮ ਰੂਪੀ ਜਹਾਜ਼ ਮਿਲ ਜਾਂਦਾ ਹੈ। ਅੰਮ੍ਰਿਤ ਪੀਵੋ ਸਾਧ ਪਿਆਰੇ। ਪੰਚਮ ਪਾਤਸ਼ਾਹ ਕਹਿੰਦੇ, ਹੇ ਪਿਆਰੇ ਸਾਧੂ ਜਨੋ, ਅੰਮ੍ਰਿਤ ਪੀਣਾ ਕਰੋ ਭਾਈ। ਸਤਿਗੁਰੂ ਸਾਰਿਆਂ ਨੂੰ ਸਾਧ ਕਹਿ ਕੇ ਸੰਬੋਧਨ ਕਰਦੇ, ਕਿਉਂਕਿ ਸਾਧ ਕਿਹਾ ਜਾਂਦਾ ਹੈ ਜਿਹੜਾ ਸਾਧਨਾ ਕਰਦਾ ਹੈ। ਜਿਹੜਾ ਸਾਧਨਾ ਕਰਦਾ ਹੈ, ਮਨ ਨੂੰ ਜਿੱਤਣ ਵਾਸਤੇ, ਇੰਦਰੀਆਂ ਨੂੰ ਕਾਬੂ ਕਰਨ ਵਾਸਤੇ ਸਮਦਮ ਆਦਿਕ ਸਾਧਨਾ ਕਰਦਾ ਹੈ, ਉਸ ਨੂੰ ਸਾਧ ਕਿਹਾ ਜਾਂਦਾ ਹੈ। ਤੇ ਜਿੰਨੇ ਗੁਰੂ ਕੀ ਸੰਗਤ ਵਿੱਚ ਆਉਣ ਵਾਲੇ ਸਾਰਿਆਂ ਦੀ ਭਾਵਨਾ ਇਹੀ ਹੈ ਵੀ ਮੇਰਾ ਮਨ ਕਾਬੂ ਆ ਜਾਵੇ, ਮੇਰੇ ਇੰਦਰੀਏ ਕਾਬੂ ਆ ਜਾਣ, ਅੱਖਾਂ ਕਾਬੂ ਆ ਜਾਣ, ਕੰਨ ਕਾਬੂ ਆ ਜਾਣ, ਰਸਨਾ, ਨਾਸਕਾਂ, ਹੱਥ ਪੈਰ, ਚਮੜੀ, ਗਿਆਨ ਇੰਦਰੀਏ, ਕਰਮ ਇੰਦਰੀਏ ਕਾਬੂ ਆ ਜਾਣ, ਵਸ ਵਿੱਚ ਆ ਜਾਣ। ਮਨ ਜਿਹੜਾ ਇਹ ਟਿਕ ਜਾਵੇ, ਤੇ ਜਿਸ ਦਾ ਟਿਕ ਜਾਵੇ ਫਿਰ ਉਹਨੂੰ ਸਾਧੂ ਕਿਹਾ ਜਾਂਦਾ ਹੈ। ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ, ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਕੇ ਗੁਰਮੁਖਾਂ ਨੇ ਸਾਧ ਸਦਾਉਣਾ ਕੀਤਾ। ਤੇ ਸਤਿਗੁਰੂ ਜੀ ਗੁਰਬਾਣੀ ਵਿੱਚ ਜਦੋਂ ਜਗਿਆਸੂਆਂ ਨੂੰ ਆਵਾਜ਼ ਮਾਰਦੇ ਆ, ਕਈ ਵਾਰੀ ਗੁਰਸਿੱਖ ਕਹਿ ਕੇ ਬੁਲਾਉਂਦੇ ਆ, ਕਈ ਵਾਰੀ ਸੰਤ ਕਹਿ ਕੇ ਬੁਲਾਉਂਦੇ ਆ, ਕਈ ਵਾਰੀ ਸਾਧੂ ਕਹਿ ਕੇ ਬੁਲਾਉਂਦੇ। ਜਿਵੇਂ ਆਨੰਦ ਸਾਹਿਬ ਚ ਮਹਾਰਾਜ ਨੇ ਆਖਿਆ ਨਾ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ। ਉੱਥੇ ਆਖਿਆ ਪਿਆਰਿਓ ਸੰਤ ਜਨੋ, ਸਾਰਿਆਂ ਨੂੰ ਹੀ ਸੰਤ ਆਖਿਆ, ਕਿਉਂਕਿ ਸਾਰਿਆਂ ਦਾ ਮਾਰਗ ਇਹ ਹੈ, ਇਹ ਸੰਤ ਕੀ ਪੌੜੀ ਹੈ, ਇਹ ਮਾਰਗ ਹੀ ਇਹ ਹੈ। ਤਾਂ ਫਿਰ ਮਹਾਰਾਜ ਗੁਰਸਿੱਖ ਕਹਿ ਕੇ ਵੀ ਬੁਲਾਉਂਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇੱਥੇ ਸਾਧ ਪਿਆਰੇ ਆਖਿਆ, ਕਹਿੰਦੇ ਪਿਆਰੇ ਸਾਧੂ ਜਨੋ, ਜਗਿਆਸੂ ਜਨੋ, ਧਰਮ ਦੇ ਮਾਰਗ ਤੇ ਚੱਲਣ ਵਾਲਿਓ, ਗੁਰਮੁਖੋ,
ਅੰਮ੍ਰਿਤ ਪੀਵਹੁ ਸਾਧ ਪਿਆਰੇ, ਅੰਮ੍ਰਿਤ ਪੀਣਾ ਕਰੋ, ਅੰਮ੍ਰਿਤ ਛਕਣਾ ਕਰੋ। ਨਾਮ ਨੂੰ ਵੀ ਅੰਮ੍ਰਿਤ ਆਖਿਆ ਗੁਰੂ ਸਾਹਿਬ ਜੀ ਨੇ, ਬਾਣੀ ਨੂੰ ਵੀ ਅੰਮ੍ਰਿਤ ਆਖਿਆ ਹੈ। ਨਾਮ ਰੂਪੀ ਅੰਮ੍ਰਿਤ ਪੀਓ ਭਾਈ, ਗੁਰਬਾਣੀ ਰੂਪ ਅੰਮ੍ਰਿਤ ਪੀਓ। ਗੁਰਬਾਣੀ ਨੂੰ ਜਪ ਜਪ ਕੇ, ਗੁਰਬਾਣੀ ਨੂੰ ਸੁਣ ਸੁਣ ਕੇ, ਇਹ ਅੰਮ੍ਰਿਤ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਸੁਣ ਕੇ ਇਹ ਅੰਮ੍ਰਿਤ ਨੂੰ ਪੀਣਾ ਕਰੋ। ਤੇ ਪ੍ਰਤੱਖ ਖੰਡੇ ਬਾਟੇ ਦਾ ਅੰਮ੍ਰਿਤ ਵੀ ਪੀਓ ਭਾਈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਰਨ ਪੌਲ ਦੀ ਮਰਿਆਦਾ ਕਾਇਮ ਕੀਤੀ ਸੀ। 9 ਪਾਤਸ਼ਾਹੀਆਂ ਤੀਕ ਚਰਨ ਪੌਲ ਦੀ ਮਰਿਆਦਾ ਰਹੀ। 10ਮ ਪਾਤਸ਼ਾਹ ਨੇ ਚਰਨ ਪੌਲ ਨੂੰ ਖੰਡੇ ਦੀ ਪੌਲ ਵਿੱਚ ਤਬਦੀਲ ਕੀਤਾ, ਖੰਡੇ ਬਾਟੇ ਦਾ ਅੰਮ੍ਰਿਤ। ਅੰਮ੍ਰਿਤ ਪੀਵਾਹੋ ਸਦਾ ਚਿਰ ਜੀਵਾਹੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਵਹਿ ਨਾ ਵਿਆਪੈ ਚਿੰਤਾ। ਸਤਿਗੁਰੂ ਕਹਿੰਦੇ ਸਾਧੂ ਪਿਆਰਿਓ ਅੰਮ੍ਰਿਤ ਪੀਣਾ ਕਰੋ। ਮੁਖ ਊਜਲ ਸਾਚੈ ਦਰਬਾਰੀ। ਜਿਸ ਵੇਲੇ ਗੁਰੂ ਕਾ ਇਹ ਅੰਮ੍ਰਿਤ ਪੀ ਕੇ, ਗੁਰੂ ਕੀ ਦਸੀ ਰਹਿਤ ਮਰਿਆਦਾ ਵਿੱਚ ਰਹੋਗੇ, ਨਾਮ ਅੰਮ੍ਰਿਤ ਨੂੰ ਪੀਵੋਗੇ, ਫਿਰ ਸੱਚੇ ਦਰਬਾਰ ਦੇ ਵਿੱਚ ਮੁਖ ਉਜਲਾ ਹੋ ਜਾਵੇਗਾ। ਆਨੰਦ ਕਰਹੁ ਤਜ ਸਗਲ ਬੇਕਾਰ। ਸਾਰੇ ਵਿਕਾਰਾਂ ਨੂੰ, ਔਗਣਾਂ ਨੂੰ ਛੱਡ ਕਰਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਨੂੰ ਛੱਡ ਕੇ ਤੇ ਆਨੰਦ ਪ੍ਰਾਪਤ ਕਰੋ ਭਾਈ। ਉਹ ਆਨੰਦ ਸਰੂਪ ਨਾਲ ਜੁੜ ਕਰਕੇ ਉਹਦਾ ਆਨੰਦ ਮਾਣੋ। ਤੇ ਆਨੰਦ ਤਾਂ ਹੀ ਮਾਣੋਗੇ ਜਦੋਂ ਵਿਕਾਰਾਂ ਨੂੰ ਛੱਡੋਗੇ। ਨਾਨਕ ਹਰਿ ਜਪ ਉਤਰਹੁ ਪਾਰ। ਪੰਚਮ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੂੰ ਜਪ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓ ਭਾਈ, ਪਾਰ ਉਤਰ ਜਾਓ। ਪਾਰ ਉਤਰਨ ਵਾਸਤੇ ਹਰੀ ਨੂੰ ਜਪਣਾ ਪਵੇਗਾ ਤੇ ਹਰੀ ਪਰਮੇਸ਼ਰ ਨੂੰ ਜਪ ਕੇ ਫਿਰ ਹੀ ਸੰਸਾਰ ਸਮੁੰਦਰ ਪਾਰ ਹੋਵੇਗਾ। ਇਹਦੇ ਤੋਂ ਤਾਂ ਹੀ ਪਾਰ ਹੋਵਾਂਗੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਆਨੰਦ ਕਰਹੁ ਤਜ ਸਗਲ ਬੇਕਾਰ। ਨਾਨਕ ਹਰਿ ਜਪ ਉਤਰਹੁ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।